ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪੀਰੀਆਂ ਪੀਰੀਆਂ ਦੇ ਦਾਤੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਜੀਵਨ ਪ੍ਰਸੰਗ ਅੰਮ੍ਰਿਤ ਜੀਵਨ ਕਥੜੀਆਂ ਰਾਹੀਂ ਗੁਰੂ ਇਤਿਹਾਸ ਵਿਚਾਰ ਗੁਰੂ ਦੀਦਾਰ ਦਾ ਬਾਇਸ ਬਣ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਬਹੁਤ ਹੀ ਅਦਬ ਸਹਿਤ ਛੋਟੀ ਜਿਹੀ ਧਿਆਨ ਸਾਧਨਾ ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਪ੍ਰਾਪਤ ਹੋ ਸਕੇ, ਇਸ ਲਈ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਅੱਗੇ ਚਰਸੀਸ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂਦੇਵ ਮੇਰੀਆਂ ਪੀਰੀਆਂ ਦੇ ਦਾਤੇ, ਉਹਨਾਂ ਨੂੰ ਭਾਈ ਜੋਧ ਜੀ ਨੇ ਦੱਸਿਆ, ਜੋਧ ਰਾਏ ਨੇ ਮਹਾਰਾਜ, ਘੋੜਾ ਆਪ ਜੀ ਦਾ ਜੋ ਆਇਆ ਹੈ ਉਹ ਘਾਹ ਦਾਣਾ ਨਹੀਂ ਖਾ ਰਿਹਾ ਔਰ ਉਹਦੀਆਂ ਅੱਖਾਂ 'ਚੋਂ ਪਾਣੀ ਵੀ ਵਗਦਾ ਪਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਘੋੜਾ ਰੋ ਰਿਹਾ ਹੋਵੇ। ਆਪ ਜੀ ਦਾ ਘਰ ਤਾਂ ਉਹ ਘਰ ਹੈ ਜਿੱਥੇ ਜਨਮਾਂ ਜਨਮਾਂ ਤੋਂ ਕਿਸੇ ਦੇ ਗਲ ਰੋਣੇ ਪਏ ਹੋਏ ਹੋਵਣ ਤੇ ਉਹ ਸਾਰੇ ਹੀ ਰੋਣੇ ਮੁੱਕ ਜਾਂਦੇ ਨੇ, ਖੁਸ਼ੀਆਂ ਹੀ ਬਰਸ ਜਾਂਦੀਆਂ ਨੇ, ਆਨੰਦ ਦਾ ਸੋਮਾ ਚੱਲ ਪੈਂਦਾ ਹੈ। ਪਰ ਸਾਹਿਬ ਜੀ ਇਹ ਘੋੜਾ ਤਾਂ ਰੋ ਰਿਹਾ ਹੈ, ਇਸ ਦੇ ਤੇ ਆਂਸੂਆਂ ਦੀਆਂ ਲੜੀਆਂ ਲੱਗੀਆਂ ਹੋਈਆਂ। ਮਹਾਰਾਜ ਮੈਂ ਬਥੇਰਾ ਸਾਰੀ ਰਾਤ ਦੀਵਾ ਜਲਾ ਕੇ ਉਹਦੀ ਸੇਵਾ ਕਰਦਾ ਰਿਹਾ, ਮਾਲਿਸ਼ ਕਰਦਾ ਰਿਹਾ, ਖੁਰਕਣਾ ਕਰਦਾ ਰਿਹਾ। ਮਹਾਰਾਜ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਦਾਲਾਂ ਆਦਿਕ ਜੋ ਘੋੜਿਆਂ ਦੀ ਪਸੰਦ ਦਾ ਦਾਣਾ ਹੁੰਦਾ ਹੈ ਪਾਇਆ ਨਹੀਂ ਖਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਜੋਧ ਰਾਏ ਜੀ, ਇਹ ਜਿਹੜਾ ਰੋਣਾ ਹੁੰਦਾ ਹੈ ਨਾ, ਇਹ ਹਿਰਦੇ ਦੀ ਪੀੜਾ ਨੂੰ ਬਿਆਨ ਕਰਨਾ ਹੁੰਦਾ ਹੈ। ਰੋਣਾ ਐਵੇਂ ਨਹੀਂ ਆਉਂਦਾ, ਹਾਸਾ ਤਾਂ ਐਵੇਂ ਹੀ ਆ ਜਾਂਦਾ। ਹਾਸਾ ਇਤਨਾ ਗਹਿਰਾ ਨਹੀਂ ਹੁੰਦਾ ਜਿਤਨਾ ਰੋਣਾ ਗਹਿਰੇ ਤਲ ਤੋਂ ਪ੍ਰਗਟ ਹੁੰਦਾ ਹੈ। ਹਾਸਾ ਐਵੇਂ ਉੱਪਰੋਂ ਉੱਪਰੋਂ ਆਉਂਦਾ ਹੈ। ਕੋਈ ਬੰਦਾ ਰੋ ਰਿਹਾ ਹੋਵੇ ਨਾ ਤੇ ਉਸ ਨੂੰ ਤੁਸੀਂ ਵਿਰਾਓ, ਚੁੱਪ ਕਰਾਓ। ਇੱਕਦਮ ਚੁੱਪ ਨਹੀਂ ਕਰੇਗਾ, ਹੌਲੀ ਹੌਲੀ ਚੁੱਪ ਕਰੇਗਾ, ਹੌਲੀ ਹੌਲੀ ਆਂਸੂ ਰੁਕਣਗੇ। ਬੱਚਾ ਰੋ ਰਿਹਾ, ਮਾਂ ਚੁੱਪ ਕਰਾ ਰਹੀ ਹੈ, ਥੋੜ੍ਹਾ ਸਮਾਂ ਉਸ ਨੂੰ ਵੀ ਲੱਗ ਜਾਂਦਾ ਹੈ। ਮਾਂ ਦੇ ਚੁੱਪ ਕਰਾਉਣ 'ਚ ਕੋਈ ਜਾਦੂਈ ਸ਼ਕਤੀ ਵੀ ਹੈ, ਕੋਈ ਮਮਤਾ ਦਾ ਕ੍ਰਿਸ਼ਮਾ ਵੀ ਹੈ, ਥੋੜ੍ਹਾ ਸਮਾਂ ਉਸ ਨੂੰ ਵੀ ਲੱਗ ਜਾਂਦਾ ਹੈ। ਪਰ ਕੋਈ ਹੱਸ ਰਿਹਾ ਹੋਵੇ ਨਾ, ਬੜਾ ਖਿੜਖੜਾ ਕੇ, ਬੜਾ ਉੱਚੀ ਉੱਚੀ ਹੜ ਹੜ ਕਰਕੇ ਹੱਸ ਰਿਹਾ ਹੋਵੇ, ਉਸ ਨੂੰ ਕੋਈ ਗੱਲ ਕਹਿ ਦਿਓ, ਇੱਕਦਮ ਬ੍ਰੇਕ ਲੱਗ ਜਾਏਗੀ, ਇੱਕਦਮ ਹੱਸਣਾ ਰੁਕ ਜਾਏਗਾ। ਥੋੜ੍ਹਾ ਡਾਂਟ ਦਿਓ, ਤੁਰੰਤ ਹੱਸਣਾ ਰੁਕ ਜਾਏਗਾ। ਤੁਰੰਤ ਹੱਸਣਾ ਰੁਕ ਜਾਂਦਾ ਹੈ। ਕਾਰਨ ਕੀ ਹੈ? ਹਾਸਾ ਉੱਪਰ ਦੇ ਤਲ 'ਤੇ ਹੁੰਦਾ ਹੈ। ਮਾਈਂਡ ਦਾ ਇੱਕ ਟਰੈਕ ਹੁੰਦਾ ਹੈ,
जिस ट्रैक ते जिस लाइन ते साडा दिमाग सोच रहा होंदा है ना, उस दे उल्ट एकदम कोई गल हो जाए तो ट्रैक चेंज हो जाए तो हासा आ जाता है, और कुछ नहीं। किसी बंदे ने किसी नूं कोई लतीफ़ा सुनाया तो अगला उस लतीफ़े नूं पहले सुनिया होया है तो दिमाग उस ट्रैक ते चल रहा है, उन्होंने हासा नहीं आता। वो कहता सुनिया होया, दिमाग नूं पता है। पर कोई ऐसा लतीफ़ा सुनाया बई अद्धा पता सी या बिल्कुल नहीं पता सी तो बहुत हसेगा, जोर जोर दी हसेगा। एकदम ट्रैक चेंज हो जाए तो उस गैप विच जिथे दिमाग नूं समझण लग्या कुछ पल लगते ने, उत्थे उस गैप नूं पूरन लग्या दिमाग हासा उछाल लैंदा। हासा कोई खुशी की गल नहीं। पर मैडिकल साइंस कहती है बई हसण नाल रोग दूर हो जाते ने, मुस्कुराउण नाल वाइट सैल ब्लड दे प्रोड्यूस होंदे ने। पर वो हासा ये हासा नहीं है जिहड़ा असी बाहरों देखते हैं। दो तरह का प्रसेद सानू प्राप्त होता है। पसीना स्वैट साडे शरीर नूं मिलदा है। एक बैठिया बैठिया गर्मी लग रही होवे वो भी पसीना है। एक एक्सरसाइज करदिआं जिहड़ा वो पसीना सानू तंदुरुस्ती दिंदा है। दो तरह का है। एक नूं ठंडियां तरेलियां कहंदे ने, वो भी पसीना ही होंदा है पर बीमारी दा है। किसी नूं हार्ट की प्रॉब्लम आ गई, पसीना आया, वो तंदुरुस्ती का नहीं बीमारी का है। बीमारी का एक लक्षण है। इस तरह हसना भी एक मलीन हासा है। इस नाल कोई तंदुरुस्ती नहीं मिलती। इस नाल मन बीमार ही होंदा है, तन भी बीमार होंदा है। मसलन चलद्यां चलद्यां कोई बंदा फिसल के गिर गया तो असी हस पे, वो हासा मलीन हासा है, उहदे नाल कोई तंदुरुस्ती नहीं मिलती, कोई खुशी नहीं मिलती। पर एक हासा है जिहड़ा आ जाए, नसीब हो जाए, भागां वालियां नूं नसीब होंदा है। पर वो जन्मां जन्मां दे रोने गवा दिंदा है। वो प्रभु दे गुण गाउंदिआं मनुख अपनी कमी ते हस पैंदा। जब देखदा है प्रभु ने इतना कुछ दे दिता, झोलियां भर दित्तियां, ते फिर वो अपनियां कमियां ते हसदा है। प्रभु लै कीता ते मैं कुछ नहीं है, दिता तो बहुत ज़्यादा। उस हासे का जिक्र साहिब अपनी बाणी विच करदे ने। बड़ा गहरा रसदायक फरमान है। आप कहते ने हर जन गुण गावत हस्या, रंग हसै रंग रोवह, चुप भी कर जाहे, परवाह नहीं किसे केरी, बाज सच्चे ना है। बाज सच्चे ना हो। अपने खसम तो बिना, मालक उन्होंने होर कोई परवाह नहीं होंदी। बेपरवाह सदा रंग हर के, जाको पाक स्वामी। हसना मलीन होवे एकदम कुछ कह दो तो बंद हो जाएगा, पर रोना एकदम बंद नहीं होता। बच्चे नूं भी चुप कराउंदिआं माँ वालों भी कुछ समा बच्चा लै ही लैंदा है। बड़े सोहणे एक दार्शनिक दे दो बोल ने। वो कहता थमते थमेंगे आंसू, रोना है कोई हंसी नहीं। महाराज कहन लगे जिहड़ा घोड़ा भाई जोधराए जी रो रहा है, ये कोई दुख व्यक्त कर रहा है। महाराज सच्चे पातशाह थोड़ा घर ते सुखां दा सागर है, जो आउंदा है राजी जांदा है। रोज़ अरदास होंदी आप जी दे चरनां च, जो आपके घर आवे सो राजी जावे। पर महाराज रो रहा है। साहब कहन लगे हाँ दाना भी चंगा कोल है, घा पट्ठा सेवा सब कुछ है, तो फिर भी रो रहा है।
तो ਇਹਦਾ मतलब ਇਹਨੂੰ ਵਿਛੋੜਾ ਹੈ ਕਿਸੇ ਦਾ, ਉਸ ਕਰਕੇ ਰੋ ਰਿਹਾ। ਅਕਸਰ ਹੀ ਜਦ ਗਊ ਕਿਸੇ ਦੇ ਘਰ ਵਿੱਚ 5-7 ਸਾਲ ਰਹੀ ਹੋਈ ਹੋਵੇ, ਵੇਚਦੇ ਉਹ ਰੋਂਦੀ ਹੋਈ ਜਾਏ। ਕੁਝ ਪਸ਼ੂ ਜਾਗਰਤ ਹੁੰਦੇ ਜਿਨ੍ਹਾਂ ਵਿੱਚ ਘੋੜਾ ਹੈ, ਕੁੱਤਾ ਹੈ, ਹਾਥੀ ਹੈ, ਗਊ ਹੈ ਇਤਿਆਦਿਕ। ਇਹ ਪਸ਼ੂ ਬਹੁਤ ਜਾਗੇ ਹੋਏ। ਸਾਡੇ ਭਾਰਤ ਦੇ ਪੁਰਾਤਨਕ ਗ੍ਰੰਥਕਾਰ ਤਾਂ ਇਹ ਕਹਿੰਦੇ ਨੇ ਬਈ ਗਊ ਦਾ ਅਗਲਾ ਜਨਮ ਮਨੁੱਖ ਹੀ ਹੈ। ਭਾਵ ਗਊ ਤੋਂ ਇੱਕ ਸਟੈਪ ਕੋਈ ਅੱਗੇ ਹੋ ਜਾਏ ਤੇ ਮਨੁੱਖ ਹੋ ਜਾਂਦਾ। ਗਊ ਬਣ ਕੇ ਫਿਰ ਮਨੁੱਖ ਬਣਦਾ ਹੈ। ਭਾਵ ਉਹ ਮਨੁੱਖ ਦੇ ਬਹੁਤ ਨੇੜੇ ਹੈ। ਬੜੀ ਸੋਚ ਹੈ, ਬੜੀ ਸਮਝ ਹੈ। ਇਹਨਾਂ ਨੂੰ ਕੋਈ ਫਰੋਖਤ ਕਰ ਦੇਵੇ, ਵੇਚ ਦੇਵੇ ਤੇ ਇਹ ਆਪਣੇ ਮਾਲਕ ਤੋਂ ਬਿਨਾਂ ਰੋਂਦੇ ਨੇ। ਹਾਥੀ ਰੋਂਦੇ ਨੇ, ਘੋੜੇ ਰੋਂਦੇ ਨੇ, ਔਰ ਕੁੱਤੇ ਤਾਂ 100 ਮੀਲ ਛੱਡ ਆਓ, ਮਾਲਕ ਦੇ ਪਹੁੰਚਣ ਤੋਂ ਪਹਿਲੇ ਘਰ ਪਹੁੰਚ ਜਾਂਦੇ। ਇਸ ਤਰ੍ਹਾਂ ਘੋੜੇ ਵੀ। ਮਹਾਰਾਜ ਕਹਿਣ ਲੱਗੇ ਹੋਰ ਕੋਈ ਕਾਰਨ ਨਹੀਂ ਹੈ, ਇੱਕੋ ਹੀ ਕਾਰਨ ਹੈ, ਇਹਨੂੰ ਬਿਰਹੋ ਰੋਗ ਹੈ, ਵਿਛੋੜਾ ਹੈ ਕਿਸੇ ਦਾ, ਜਿਸ ਕਰਕੇ ਰੋਂਦਾ ਪਿਆ। ਫਿਰ ਮਹਾਰਾਜ ਜੀ ਨੇ ਸਮਝਾਇਆ, ਆਖਿਆ, ਪੁੱਛਿਆ ਬਿਧੀ ਚੰਦ ਜੀ ਤੋਂ, ਬਿਧੀ ਚੰਦ ਸਭ ਗਾਤ ਸੁਣਾਈ, ਘੋੜੇ ਦੋਏ ਹੁੱਤੇ ਦਰਿਆਈ। ਮਹਾਰਾਜ ਇਹ ਬਹੁਤ ਵੱਡੇ ਸੋਹਣੇ ਦਰਿਆਈ ਘੋੜੇ ਨੇ। 2 ਹੈਗੇ ਸਨ, ਇੱਕ ਦਾ ਨਾਮ ਗੁਲਬਾਗ ਤੇ ਇੱਕ ਦਾ ਨਾਮ ਦਿਲਬਾਗ ਹੈ। ਜੋੜੀ ਹੈ ਘੋੜਿਆਂ। ਸੱਚੇ ਪਾਤਸ਼ਾਹ ਇਹ ਕਾਬਲ ਦੀਆਂ ਸੰਗਤਾਂ ਲੈ ਕੇ ਆਈਆਂ ਤੇ ਲਾਹੌਰ ਦੇ ਗਵਰਨਰ ਨੇ ਖੋਹ ਲਏ। ਬੜੇ ਚੰਗੇ ਉਸ ਨੂੰ ਲੱਗੇ, ਲੁੱਟ ਲਏ। ਹੁਣ ਇੱਕ ਆ ਗਿਆ ਤੇ ਇਹਦਾ ਮਨ ਨਹੀਂ ਲੱਗ ਰਿਹਾ, ਇਹ ਰੋ ਰਿਹਾ। ਤੇ ਸਾਹਿਬ ਕਹਿਣ ਲੱਗੇ, ਫਿਰ ਐ ਭਾਈ ਬਿਧੀ ਚੰਦ ਜੀ, ਫਿਰ ਇੱਕ ਨਹੀਂ ਰੋ ਰਿਹਾ, ਫਿਰ ਦੋਵੇਂ ਹੀ ਰੋਂਦੇ ਹੋਣਗੇ। ਉਹ ਜਿਹਦੇ ਕੋਲੋਂ ਇਹ ਆਇਆ ਉਹ ਵੀ ਰੋਂਦਾ ਹੋਵੇਗਾ। ਇਹ ਇੱਥੇ ਆ ਕੇ ਰੋ ਰਿਹਾ, ਉਹ ਉੱਥੇ ਰੋ ਰਿਹਾ। ਇਹਨਾਂ ਦਾ ਵਿਛੋੜਾ ਬਣਿਆ ਹੋਇਆ। ਬਿਧੀ ਚੰਦ ਸਭ ਗਾਤ ਸੁਣਾਈ, ਘੋੜੇ ਦੋਏ ਹੁੱਤੇ ਦਰਿਆਈ। ਮਹਾਰਾਜ ਇਹ ਬੜੇ ਸੋਹਣੇ ਦੋਵੇਂ ਦਰਿਆਈ ਘੋੜੇ। ਇਹ ਦਿਲਬਾਗ, ਦੁਤੀਏ ਗੁਲਬਾਗ। ਬਾਗ ਦਾ ਅਸੀਂ ਕਈ ਦਫਾ ਸੋਚਦੇ ਹਾਂ ਵੀ ਦਰਖਤ ਨੇ, ਫਲ ਨੇ, ਫੁੱਲ ਨੇ, ਬਾਗ ਹੈ। ਪਰ ਬਾਗ ਸ਼ਬਦ ਦਾ ਗਹਿਰਾ ਅਰਥ ਹੈ ਬਈ ਖੁਸ਼ ਹੈ, ਬਹੁਤ ਪ੍ਰਸੰਨ ਹੈ, ਖਿੜਿਆ ਹੋਇਆ। ਜਿੱਥੇ ਖਿਲੇ ਹੋਏ ਫੁੱਲ ਹੋਵਣ, ਮਹਿਕਾਂ ਹੋਵਣ, ਛਾਇਆ ਹੋਵੇ, ਫਲ ਹੋਵੇ, ਹਰਿਆ ਭਰਿਆ ਦਰਖਤਾਂ ਦਾ ਝੁੰਡ ਹੋਵੇ, ਉਹਨੂੰ ਬਾਗ ਕਹਿ ਦਿੰਦੇ ਨੇ। ਛੋਟਾ ਹੋਏ ਬਗੀਚੀ, ਬਗੀਚਾ ਕਹਿ ਦਿੰਦੇ ਨੇ। ਬਾਗ ਦਾ ਮਤਲਬ ਹੈ ਖੁਸ਼ ਹੋ ਜਾਣਾ। ਦਿਲ ਬਾਗ ਮਹਾਰਾਜ ਜਿਹਦਾ ਦਿਲ ਖੁਸ਼ ਹੈ, ਖੁਸ਼ ਦਿਲ ਘੋੜਾ ਹੈ। ਮਾਲਕ ਨੂੰ ਕਦੀ ਇਹ ਪੈਰ ਨਹੀਂ ਮਾਰਦਾ, ਕਦੀ ਨਾਰਾਜ਼ ਨਹੀਂ ਹੁੰਦਾ, ਹੱਥ ਵੇਰੇ ਫੁਰਕਦਾ ਰਹਿੰਦਾ। ਇਹ ਦਿਲਬਾਗ ਹੈ। ਦੂਜਾ ਗੁਲਬਾਗ ਹੈ। ਗੁਲਬਾਗ ਦਾ ਮਤਲਬ ਵੀ ਖਿੜੇ ਹੋਏ ਫੁੱਲਾਂ ਦਾ ਬਾਗ, ਖੁਸ਼ੀਆਂ ਭਰਿਆ। ਇਹਨਾਂ ਦਾ ਦੋਹਾਂ ਦਾ ਸੁਭਾਅ ਬੜਾ ਖੁਸ਼ੀਆਂ ਭਰਿਆ ਹੈ। ਪਰ ਮਹਾਰਾਜ ਇਹ ਰੋ ਰਿਹਾ। ਸਾਹਿਬ ਕਹਿਣ ਲੱਗੇ ਦੂਜਾ ਵੀ ਰੋ ਰਿਹਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਆਖਣ ਲੱਗੇ, ਇਹ ਦਿਲਬਾਗ ਦੁਤੀਏ ਗੁਲਬਾਗ, ਬੰਧਤ ਨਿਕਟ ਬੜਿਓ ਅਨੁਰਾਗ। ਇਹਨਾਂ ਦੋਹਾਂ ਨੂੰ ਨੇੜੇ ਬੰਨਿਆ ਜਾਂਦਾ ਸੀ, ਨਾਲ ਨਾਲ ਚੱਲਦੇ ਸਨ। ਇਹਨਾਂ ਦਾ ਬਹੁਤ ਆਪਸ ਵਿੱਚ ਪ੍ਰੇਮ ਹੋ ਗਿਆ। ਇੱਕ ਦੂਜੇ ਨਾਲ ਇਹਨਾਂ ਦੀ ਦਿਲੀ ਨੇੜਤਾ ਹੋ ਗਈ। ਜ਼ਬਾਨ ਮਨੁੱਖਾਂ ਵਰਗੀ ਨਹੀਂ ਹੈ, ਪਰ ਫੀਲਿੰਗ ਜਿਹੜੀ ਹੈ, ਮਹਿਸੂਸ ਕਰਨਾ, ਭਾਵਨਾਵਾਂ ਮਨੁੱਖਾਂ ਵਰਗੀਆਂ ਨੇ। ਇਸ ਲਈ ਉਸ ਦਾ ਵਿਛੋੜਾ ਨਹੀਂ ਸਹਿ ਰਿਹਾ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਹਾਂਜੀ। ਤ੍ਰਿਣ ਦਾਨ ਬਹੁ ਭਾਂਤ ਨਿਹਾਰੀ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਤ੍ਰਿਣ ਘਾਹ ਦਾਣਾ ਤਰ੍ਹਾਂ ਤਰ੍ਹਾਂ ਦਾ, ਨਿਹਾਰੀਆਂ
ਜਿਹੜਾ ਲਹਿਰਾ ਲਹਿਰਾ ਘਾਹ ਵੀ ਇਹਨਾਂ ਨੂੰ ਪਾਇਆ ਜਾਂਦਾ ਹੈ। ਦੋਨੋਂ ਖਾਤ ਖਰੇ ਇੱਕ ਸਾਰੀ। ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ ਦੱਸਦੇ ਨੇ, ਮਹਾਰਾਜ ਦੋਵੇਂ ਕੋਲ ਕੋਲ ਖੜੇ ਹੋ ਕੇ ਘਾਹ ਨਿਆਰਾ ਲਹਿਰਾ ਲਹਿਰਾ ਘਾਹ ਖਾਂਦੇ ਸਨ, ਦਾਣਾ ਖਾਂਦੇ ਸਨ। ਔਰ ਮੈਂ ਇਹਨਾਂ ਦੀ ਸੇਵਾ ਕਰਦਾ ਰਿਹਾ ਹਾਂ, ਪਹਿਲਾਂ ਵੀ ਨੌਕਰ ਚਾਕਰ ਦੋਹਾਂ ਦੀ ਸੇਵਾ ਕਰਦੇ ਰਹੇ। ਈਦ ਆਦ ਦਿਨ ਖੋਲਹਿ ਕਬੈ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਲਾਹੌਰ ਦਾ ਸੂਬੇਦਾਰ ਕੋਈ ਖੇਚਲ ਨਹੀਂ ਦਿੰਦਾ ਸੀ। ਕੋਈ ਈਦ ਦਾ ਦਿਨ ਹੋਵੇ ਜਾਂ ਕੋਈ ਖਾਸ ਦਿਨ ਹੋਵੇ, ਥੋੜ੍ਹਾ ਜਿਹਾ ਉਹ ਸਵਾਰ ਹੁੰਦਾ, ਬਾਹਰ ਅੰਦਰ ਫਿਰਦਾ, ਫਿਰ ਬੰਨ੍ਹਦਾ। ਇਹਨਾਂ ਨੂੰ ਕੋਈ ਬਹੁਤਾ ਦੌੜਾਇਆ ਪੜਾਇਆ ਖੇਚਲ ਵਾਲਾ ਕੰਮ ਨਹੀਂ ਦਿੱਤਾ ਗਿਆ। ਨਤ ਰਹਿ ਖਰੇ ਜੇ ਸੰਬਤ ਸਬੈ। ਬਾਕੀ ਸਾਰਾ ਸਾਲ ਤਾਂ ਖੜੇ ਹੀ ਰਹਿੰਦੇ ਨੇ, ਖੜਿਆਂ ਦੀ ਸੇਵਾ ਹੀ ਹੁੰਦੀ ਹੈ, ਇਸ ਤਰ੍ਹਾਂ ਸਮਝੋ। ਤਿਸ ਹੈ ਕੋ ਬ੍ਰਿਹੁ ਜਾਣਿਓ ਜਾਏ। ਔਰ ਇਸ ਤਰ੍ਹਾਂ ਦੇ ਨਾਲ ਤਿਸ ਹੈ ਕੋ ਬਹੁ ਜਬ੍ਰਿਹ ਜਾਣਿਓ ਜਾਏ। ਮਹਾਰਾਜ ਕਹਿਣ ਲੱਗੇ ਫਿਰ ਇਸ ਘੋੜੇ ਨੂੰ ਉਸ ਘੋੜੇ ਦਾ ਵਿਛੋੜਾ ਹੋ ਗਿਆ। ਵਿਛੋੜੇ ਕਾਰਨ ਇਹ ਜਿਹੜਾ ਘੋੜਾ ਹੈ ਇਹ ਬਿਰਹਾ ਬੈਰਾਗੀ ਹੋਇਆ ਹੈ। ਸੰਕਟ ਤੇ ਦ੍ਰਿਗ ਜਲ ਚਲ ਆਏ। ਤੇ ਉਸ ਵਿਛੋੜੇ ਦੀ ਪੀੜਾ ਕਰਕੇ ਇਹਦੇ ਨੇਤਰਾਂ ਚੋਂ ਜਲ ਧਾਰਾ ਅਸ਼ਰੂ ਧਾਰਾ ਵਗ ਰਹੀ ਹੈ। ਇਮ ਸੁਨ ਸਭ ਕੈ ਨਿਸਚੈ ਭਇਓ। ਮਹਿਮਾ ਦੇ ਮਾਲਕ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਸਰਵਣ ਕਰਕੇ ਸਭ ਨੂੰ ਯਕੀਨ ਆ ਗਿਆ ਬਈ ਵਾਕਈ ਹੋਰ ਕੋਈ ਘੋੜੇ ਦੀ ਲੱਤ ਨਹੀਂ ਟੁੱਟੀ ਹੋਈ, ਕੋਈ ਇਹਦਾ ਅੰਗ ਨਹੀਂ ਦੁਖਦਾ, ਇਹ ਤਾਂ ਵਿਛੋੜੇ ਵਿੱਚ ਰੋ ਰਿਹਾ। ਬੜਾ ਸਿਆਣਾ ਹੈ, ਵਿਛੋੜੇ ਵਿੱਚ ਰੋ ਰਿਹਾ। ਵਿਛੋੜੇ ਦਾ ਅਨੁਭਵ ਹੁੰਦਾ ਹੈ। ਸਾਨੂੰ ਮਨੁੱਖਾ ਜੀਵਨ ਵਿੱਚ ਪਰਮਾਤਮਾ ਦੇ ਵਿਛੋੜੇ ਦਾ ਅਨੁਭਵ ਬਹੁਤ ਬੰਦਗੀ ਤੋਂ ਬਾਅਦ ਹੁੰਦਾ ਹੈ, ਪਹਿਲੇ ਨਹੀਂ ਹੁੰਦਾ। ਫਿਰ ਮਨ ਤੜਪਦਾ, ਫਿਰ ਨੇਤਰ ਆਬਸਾਰ ਹੋ ਜਾਂਦੇ ਨੇ, ਤੇ ਫਿਰ ਪ੍ਰਾਰਥਨਾ ਨਿਕਲਦੀ ਹੈ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋਂ। ਮਹਾਰਾਜ ਇਹ ਜਿਹੜਾ ਵਿਛੋੜਾ ਹੈ ਗ੍ਰਸਤ ਜੀਵਨ ਹੈ, ਜਿਉਣ ਨੂੰ ਮਨ ਨਹੀਂ ਕਰਦਾ। ਮਨ ਤਾਂ ਕਰਦਾ ਜੀਵਨ ਹੀ ਨਾ ਰਹੇ, ਪਰ ਹੇ ਪ੍ਰਭੂ ਫਿਰ ਆਸ ਲੱਗੀ ਹੋਈ ਹੈ ਕਿ ਇਹ ਵਿਛੋੜਾ ਮੁੱਕ ਜਾਏਗਾ, ਤੁਸੀਂ ਨਮੋਦਾਰ ਹੋਵੋਗੇ, ਦੀਦਾਰ ਬਖਸ਼ੋਗੇ। ਇਸ ਆਸ ਵਿੱਚ ਜਿਉਂਦੇ ਪਏ ਆ, ਇਹ ਸਰੀਰ ਚੁੱਕ ਕੇ ਫਿਰਦੇ ਪਏ। ਹੋਰ ਜੀਵਨ ਵਾਲੀ ਤਾਂ ਕੋਈ ਗੱਲ ਹੈ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ, ਦਰ ਆ ਜ਼ਮਾਂ ਕੇ ਨਿਆਈ ਬਯਾਦ ਮੈਂ ਮੀਰਮ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਤੁਹਾਡੀ ਯਾਦ ਨਾ ਆਵੇ, ਤੁਹਾਡਾ ਦੀਦਾਰ ਨਾ ਹੋਵੇ, ਤੇ ਮਹਾਰਾਜ ਮੇਰਾ ਤੇ ਮਰਨਾ ਹੀ ਹੋ ਜਾਂਦਾ, ਮੌਤ ਹੀ ਹੋ ਜਾਂਦੀ। ਤੁਹਾਡੇ ਦੀਦਾਰ ਬਿਨਾਂ ਕਿਵੇਂ ਰਿਹਾ ਜਾਏ। ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ। ਪ੍ਰਭੂ ਰਿਹਾ ਨਹੀਂ ਜਾਂਦਾ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਦਰ ਜ਼ਮਾਂ ਕੇ ਨਿਆਈ ਬ ਯਾਦ ਮੈਂ ਮੀਰਮ, ਬਗੈਰ ਯਾਦ ਤੋ ਜੀ ਜਿਸ ਤਨ ਸੇ ਸੂਦ ਮਰਾ। ਜੇ ਤੇਰੀ ਯਾਦ ਨਾ ਹੋਵੇ, ਮਿਲਾਪ ਨਾ ਹੋਵੇ, ਤਾਂ ਜੀਵਨ ਦਾ ਲਾਭ ਕੀ ਹੈਗਾ? ਕੱਖ ਵੀ ਲਾਭ ਨਹੀਂ। ਇਹਦਾ ਲਾਭ ਤਾਂ ਤੁਹਾਡਾ ਮਿਲਾਪ ਹੀ ਹੈ। ਇਹ ਵਿਛੋੜਾ ਬੰਦਗੀ ਬਹੁਤ ਹੋਵੇ ਫਿਰ ਸਮਝ ਆਉਂਦਾ, ਪਰ ਵਾਕਈ ਇਹ ਖੁਸ਼ ਦਿਲ ਘੋੜੇ ਹਨ, ਦਿਲਬਾਗ ਗੁਲਬਾਗ, ਜਿਹੜੇ ਇੱਕ ਦੂਜੇ ਦੇ ਵਿਛੋੜੇ ਨੂੰ ਮਹਿਸੂਸ ਕਰਦੇ ਹਨ। ਬਿਰਹਾ ਤੁਰੰਗਮ ਤੇ ਦੁਖ ਥਿਓ। ਸਾਰਿਆਂ ਨੂੰ ਮਹਾਰਾਜ ਜੀਆਂ ਤੋਂ ਸੁਣ ਕੇ ਭਰੋਸਾ ਬਣ ਗਿਆ ਬਈ ਵਾਕਈ ਹੋਰ ਗੱਲ ਕੋਈ ਨਹੀਂ ਹੈ, ਘੋੜਾ ਠੀਕ ਠਾਕ, ਕੋਈ ਬਿਮਾਰੀ, ਕੋਈ ਵੇਦਨਾ, ਕੋਈ ਬੇਥਾ ਨਹੀਂ ਹੈ।
ਬਸ ਵਿਛੋੜੇ ਕਰਕੇ ਰੋ ਰਹੇ। ਧੰਨ ਨੇ ਉਹ ਗੁਰਸਿੱਖ ਜਿਨ੍ਹਾਂ ਨੇ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਰਸਨਾ ਤੋਂ ਇੱਕ ਵਾਰੀ ਸੁਣਿਆ ਤੇ ਭਰੋਸਾ ਹੋ ਗਿਆ। ਅਸੀਂ ਖੁਰੇ ਕਿੰਨੀ ਵਾਰੀ ਸੁਣਿਆ ਹੈ, ਪਰ ਫੇਰ ਇਹੀ ਕਹਿੰਦੇ ਆ ਖੁਰੇ ਗੁਰੂ ਹੈ ਕਿ ਨਹੀਂ ਹੈ, ਖੁਰੇ ਗੁਰੂ ਸਾਡੀ ਸੁਣਦਾ ਹੈ ਕਿ ਨਹੀਂ ਸੁਣਦਾ, ਖਬਰੇ ਗੁਰੂ ਨੇ ਮਦਦ ਕਰਨੀ ਹੈ ਕਿ ਨਹੀਂ ਕਰਨੀ। ਮਹਾਰਾਜ ਕਹਿੰਦੇ ਨੇ ਭਰੋਸਾ ਬਹੁਤ ਵੱਡੀ ਦੌਲਤ ਹੈ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਪੁਜਾਨ ਕੋ ਭਾਰੀ ਭਰੋਸੋ। ਉਹਦੀਆਂ ਬਾਹਾਂ ਵਿੱਚ ਬੜਾ ਬਲ ਹੈ, ਬੜੀ ਸਮਰੱਥਾ ਹੈ, ਬੜੀ ਸ਼ਕਤੀ ਹੈ, ਤੇ ਜਿੰਨਾ ਉਹਦੇ ਭੁਜਾਵਾਂ ਵਿੱਚ ਬਲ ਹੈ ਪੁਰਖਾ ਓਨਾ ਹੀ ਉਹਦਾ ਭਰੋਸਾ ਵੀ ਬਲਸ਼ਾਲੀ ਹੈ, ਤੈਨੂੰ ਟੁੱਟਣ ਨਹੀਂ ਦੇਵੇਗਾ, ਤੇਰੇ ਨਾਲ ਹੋਵੇਗਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਉਹ ਧੰਨ ਨੇ ਸਾਰੇ ਜਿਨ੍ਹਾਂ ਨੇ ਇੱਕ ਵਾਰੀ ਬਚਨ ਸੁਣਿਆ ਤੇ ਭਰੋਸਾ ਹੋ ਗਿਆ ਭਈ ਮਹਾਰਾਜ ਨੇ ਜੋ ਕਿਹਾ ਸੱਚ ਹੈ। ਸਾਡੀਆਂ ਚਲਾਕੀਆਂ ਸਾਹਮਣੇ ਆ ਜਾਂਦੀਆਂ, ਅਸੀਂ ਕਹਿੰਦੇ ਖੌਰੇ ਸੱਚ ਹੈ ਕਿ ਨਹੀਂ ਹੈ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈ ਹੈ, ਚਤੁਰਾਈ ਨਾ ਚਤੁਰ ਪੁਜ ਪਾਈ ਹੈ। ਚਤੁਰਾਈਆਂ ਨਾ ਕਰ, ਇਹ ਤੇਰੀਆਂ ਸਿਆਣਪਾਂ ਕੰਮ ਨਹੀਂ ਆਉਣੀਆਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸ ਲਈ ਭਰੋਸਾ ਬਣਾ। ਭਰੋਸਾ ਭਾਵਨਾ ਨਾਲ ਹਿਰਦੇ ਨੂੰ ਭਰ ਦਿੰਦਾ ਹੈ, ਤੇ ਭਾਵਨਾ ਨਾਲ ਭਰੇ ਹੋਏ ਹਿਰਦੇ ਨੂੰ ਹੀ ਭਗਤ ਹਿਰਦਾ ਆਖਿਆ ਜਾਂਦਾ ਹੈ। ਧੰਨ ਨੇ ਗੁਰਸਿੱਖ ਜਿਨ੍ਹਾਂ ਦੇ ਮਨ ਵਿੱਚ ਨਿਸ਼ਚਾ ਪਇਓ ਬਈ ਮਹਾਰਾਜ ਸੱਚ ਕਹਿੰਦੇ ਪਏ ਨੇ। ਕੀ ਨਿਸ਼ਚਾ ਪਿਆ ਹੈ? ਬਿਰਹਾ ਦੋਹਰਾ ਇਮ ਨਿਸਚੈ ਕਰ ਤੁਰੰਗ ਦੁਖ ਉਠੇ ਗੁਰੂ ਮਹਾਰਾਜ। ਇਸ ਤਰ੍ਹਾਂ ਦੇ ਨਾਲ ਇਮ ਸੁਨ ਸਭ ਕੈ ਨਿਸ਼ਚਾ ਭਇਓ, ਬਿਰਹਾ ਤੁਰੰਗਮ ਤੇ ਦੁਖ ਥੀਓ। ਘੋੜੇ ਨੂੰ ਬਿਰਹਾ ਦਾ ਦੁੱਖ ਹੈ, ਵੇਦਨਾ ਜਿਹੜੀ ਹੈ ਵਿਛੋੜੇ ਦੀ ਹੈ। ਇਮ ਨਿਸ਼ਚੈ ਕਰ ਤੁਰੰਗ ਦੁਖ ਉਠੇ ਗੁਰੂ ਮਹਾਰਾਜ। ਸਾਹਿਬੇ ਕਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਾਵਨ ਸਿੰਘਾਸਣ ਤੋਂ ਉੱਠੇ ਹਨ ਨਿਸ਼ਚਾ ਕਰਕੇ ਬਈ ਵਾਕਈ ਘੋੜੇ ਨੂੰ ਹੋਰ ਕੋਈ ਦੁੱਖ ਨਹੀਂ ਹੈ, ਸਿਰਫ ਵਿਛੋੜੇ ਦਾ ਹੀ ਦੁੱਖ ਹੈ। ਕੋਤਕ ਕਰਤ ਅਨੇਕ ਬਿਦ ਬੜੇ ਗਰੀਬ ਨਿਵਾਜ। ਬਹੁਤ ਵੱਡੇ ਗਰੀਬ ਨਵਾਜ਼ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਅਨੇਕਾਂ ਹੀ ਕੌਤਕ ਰੋਜ਼ ਕਰਦੇ ਨੇ। ਰੋਜ਼ਾਨਾ ਹੀ ਸੰਗਤਾਂ ਮਹਾਰਾਜ ਜੀ ਦੇ ਪਿੰਨ ਪਿੰਨ ਕੌਤਕ ਦੇਖਦੀਆਂ ਹਨ। ਚੋਪਈ ਜਾਏ ਤੁਰੰਗਮ ਕੋ ਤਬ ਹੇਰਾ। ਮਹਿਮਾ ਦੇ ਮਾਲਕ ਮੇਰੀਆਂ ਪੀਰੀਆਂ ਦੇ ਦਾਤੇ ਸੰਸਾਰ ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਦਰਗਾਹ ਦਾ ਤਖਤ ਪ੍ਰਗਟ ਕਰਨ ਵਾਲੇ, ਸ੍ਰੀ ਅਕਾਲ ਤਖਤ ਸਾਹਿਬ ਪ੍ਰਗਟ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆ ਕੇ ਤੇ ਤਬੇਲਾ ਖਾਸ ਵਿੱਚ ਘੋੜੇ ਨੂੰ ਦੇਖਿਆ ਹੈ। ਰਹਿਤ ਬਿਲੋਚਨ ਬਾਰ ਵਡੇਰਾ। ਗਰੀਬ ਨਵਾਜ਼ ਸਾਹਿਬ ਜੀਆਂ ਨੇ ਦੇਖਿਆ, ਵੱਡੇ ਗਰੀਬ ਨਵਾਜ਼ ਨੇ। ਦੇਖਦੇ ਨੇ ਵੀ ਇਹਦੇ ਦੋਹਾਂ ਨੇਤਰਾਂ ਵਿੱਚੋਂ ਆਂਸੂ ਵਗ ਰਹੇ ਹਨ। ਇਤ ਉਤ ਨਹ ਦੇਖਤ ਮੁਰਝਾਇਓ। ਇੱਧਰ ਉੱਧਰ ਨਹੀਂ ਦੇਖਦਾ, ਕੁਮਲਾਇਆ ਪਿਆ ਹੈ ਹਿਰਦਾ ਘੋੜੇ ਦਾ। ਤ੍ਰਿਣ ਦਾਨਾ ਈਖਦ ਹੀ ਖਾਇਓ। ਔਰ ਨਾ ਕੋਈ ਘਾਹ ਖਾਦਾ ਨਾ ਦਾਣਾ, ਬਸ ਥੋੜਾ ਬਹੁਤਾ ਹੀ ਮੂੰਹ ਮਾਰਿਆ ਹੈ। ਜੋ ਦੇ ਸੰਗ ਤਬ ਗੁਰੂ ਬਖਾਨੀ। ਭਾਈ ਜੋਧ ਰਾਏ ਜੀਆਂ ਨੂੰ ਮਹਾਰਾਜ ਜੀ ਨੇ ਉਸ ਵੇਲੇ ਇਹ ਵਿਚਾਰ ਸਾਂਝੇ ਕਰਦੇ ਹੋਏ ਫਰਮਾਇਆ, ਰਿਹੁ ਕੀ ਪੀਰ ਇਸੇ ਹਮ ਜਾਨੀ। ਸਾਹਿਬ ਕਹਿਣ ਲੱਗੇ ਹੋਰ ਕੋਈ ਪੀੜਾ ਨਹੀਂ ਹੈ, ਇਹਨੂੰ ਬਿਰਹੋ ਦੀ ਪੀੜਾ ਹੈ। ਹੁਣ ਦੇਖੋ ਘੋੜੇ ਦੇ ਮਨ ਵਿੱਚ ਘੋੜੇ ਪ੍ਰਤੀ ਬਿਰਹਾ ਹੈ, ਤੇ ਹੋਏਗਾ ਕਿ ਉਹ ਬਿਰਹਾ ਦੂਜੇ ਘੋੜੇ ਨੂੰ ਮਿਲਾ ਦੇਵੇਗਾ ਲਿਆ ਕੇ। ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਪ੍ਰਤੀ ਬਿਰਹਾ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨਾਲ ਮੇਲ ਕਰਾ ਦਿੰਦਾ। ਤਾਂ ਹੀ ਤੇ ਬਾਬਾ ਫਰੀਦ ਵਰਗੇ ਨੇ ਵੀ ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਇਹ ਰੱਬੀ ਗੁਣਾਂ ਵਿੱਚੋਂ ਸਿਰਮੌਰ ਸੁਲਤਾਨ ਗੁਣ ਹੈ। ਕਿਸੇ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਬਿਰਹਾ ਪੈਦਾ ਹੋ ਜਾਏ, ਵਿਛੋੜੇ ਦਾ ਅਨੁਭਵ ਹੋਵੇ। ਭਾਵੇਂ ਮਨੁੱਖ ਬਹੁਤ ਸੋਹਣੇ ਬਿਸਤਰੇ 'ਤੇ ਆਰਾਮ ਕਰ ਰਿਹਾ ਹੋਵੇ, ਪਰ ਜੇ ਬੇਹੋਸ਼ ਹੈ ਉਹਨੂੰ ਪਤਾ ਨਹੀਂ ਚੱਲਦਾ ਮੈਂ ਘਰ ਆ ਕੇ ਹਸਪੀਟਲ 'ਚ। ਅਤੇ ਜਦ ਹੋਸ਼ ਵਿੱਚ ਆਉਂਦਾ ਫਿਰ ਕਹਿੰਦਾ ਮੈਂ ਤਾਂ ਘਰ ਜਾਣਾ ਹੈ, ਕਿੱਥੇ ਆ ਗਿਆ, ਕਿਉਂ ਆ ਗਿਆ, ਕੌਣ ਲਿਆਇਆ, 100 ਸਵਾਲ ਹੁੰਦੇ। ਅਤੇ ਉਹਦੇ ਸਾਰੇ ਸਵਾਲਾਂ ਨੂੰ ਸੁਣ ਕੇ ਡਾਕਟਰ ਖੁਸ਼ ਹੁੰਦਾ ਹੈ। ਡਾਕਟਰ ਨੂੰ ਇੱਕ ਜਵਾਬ ਮਿਲ ਜਾਂਦਾ ਇਹਦੇ ਸਵਾਲਾਂ 'ਚ। ਆਪ ਆਖੋਗੇ ਤਾਂ ਸਵਾਲ ਕਰ ਰਿਹਾ, ਅਤੇ ਡਾਕਟਰ ਨੂੰ ਕੀ ਜਵਾਬ ਮਿਲ ਗਿਆ? ਡਾਕਟਰ ਨੂੰ ਇਹ ਰਿਜ਼ਲਟ ਰੂਪੀ ਇਹ ਆਨਸਰ ਪ੍ਰਾਪਤ ਹੋਇਆ ਵੀ ਇਹ ਠੀਕ ਹੋ ਗਿਆ, ਸਿਹਤਯਾਬ ਹੈ, ਹੁਣ ਹੋਸ਼ 'ਚ ਆ ਗਿਆ, ਹੁਣ ਆਊਟ ਆਫ ਡੇਂਜਰਸ ਹੈ। ਜਿਤਨੀ ਦੇਰ ਤੱਕ ਸਾਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ, ਅਸੀਂ ਮਾਇਕ ਜਗਤ ਵਿੱਚ ਬੇਹੋਸ਼ ਪਏ ਹੋਏ, ਸਾਨੂੰ ਹੋਸ਼ੋ ਹਵਾਸ ਕੋਈ ਨਹੀਂ ਹੈ। ਪਰ ਜਦੋਂ ਸਾਨੂੰ ਇਸ ਗੱਲ ਦਾ ਬੋਧ ਹੁੰਦਾ, ਲੈ ਮੈਂ ਤੇ ਪ੍ਰਭੂ ਨਾਲੋਂ ਵਿਛੜਿਆ ਹੋਇਆ, ਫਿਰ ਅਰਦਾਸਾਂ ਵੀ ਨਿਕਲਦੀਆਂ ਨੇ, ਹੇ ਪ੍ਰਭੂ ਮਿਹਰ ਕਰ, ਮਿਲਾ ਲੈ, ਮਿਲਾ ਲੈ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਨੇ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲ ਹੋ ਰਾਮ। ਹੇ ਪ੍ਰਭੂ ਕਿਰਪਾ ਕਰ ਅਤੇ ਆਪਣੇ ਨਾਲ ਮਿਲਾ, ਤੇਰੇ ਨਾਲ ਮੇਲ ਹੋ ਜਾਏ ਅਤੇ ਬਿਰਹੋ ਦਾ ਨਾਸ ਹੋ ਜਾਏ। ਇਸ ਬਿਰਹੋ ਵਿੱਚ ਤਾਂ ਜਦ ਬੋਧ ਆਉਂਦਾ ਹੈ ਨਾ, ਫਿਰ ਸਮਾਂ ਨਹੀਂ ਲੰਘਦਾ, ਇੱਕ ਇੱਕ ਸਵਾਸ ਲੰਘਾਉਣਾ ਔਖਾ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਦੇ ਬੋਲ ਨੇ, ਕਹਿੰਦੇ ਨੇ 4 ਪਹਿਰ 4 ਜੁਗੈ ਸਮਾਨੇ। ਮਨ ਇਤਨਾ ਤੜਪ ਰਿਹਾ, ਇਤਨਾ ਵਿਛੋੜੇ ਦੇ ਦੁੱਖ ਦਾ ਅਨੁਭਵ ਕਰ ਰਿਹਾ, ਬਾਰ-ਬਾਰ ਅੱਖਾਂ ਵਿੱਚ ਵਿਛੋੜਾ ਨੀਰ ਬਣ ਕੇ ਤੇ ਗਿਰਦਾ ਪਿਆ। ਤੇ ਮਹਾਰਾਜ 4 ਪਹਿਰ ਦਿਨ ਤਾਂ 4 ਯੁੱਗਾਂ ਵਰਗੇ ਲੰਘਦੇ ਪਏ। 4 ਪਹਿਰ 4 ਜੁਗੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਤੇ ਰਾਤ ਤੇ ਫਿਰ ਪਤਾ ਨਹੀਂ ਕਿੰਨੇ ਯੁੱਗਾਂ ਦੀ ਹੋਵੇਗੀ, ਬੜਾ ਮੁਸ਼ਕਲ ਹੋ ਜਾਏਗਾ। 8 ਪਹਿਰ ਨਹੀਂ ਲੰਘਦੇ ਤੇਰੇ ਵਿਛੋੜੇ ਵਿੱਚ। ਹਰ ਬਿਨ ਨੀਂਦ ਭੂਖ ਕੋ ਕੈਸੀ ਕਾਪੜ ਤਨ ਨਾ ਸੁਖਾਵੇ। ਨਾ ਨੀਂਦ, ਨਾ ਭੁੱਖ, ਤੇ ਨਾ ਕੋਈ ਬਸਤਰ ਪਹਿਰਨ ਦੀ ਇੱਛਾ। ਇਸ ਤਰ੍ਹਾਂ ਦਾ ਵੀ ਮਨੁੱਖ ਦੇ ਮਨ 'ਤੇ ਵਾਪਰਦਾ ਹੈ ਜਦ ਵਿਛੋੜੇ ਦਾ ਅਨੁਭਵ ਕਰਦਾ ਹੈ। ਵਿਛੋੜਾ ਸੁਣੇ ਦੁੱਖ, ਵਿਣ ਡਿੱਠੇ ਮਰਿਆਉਂਦ, ਬਾਝ ਪਿਆਰੇ ਆਪਣੇ ਬਿਰਹੀ ਨਾ ਧਿਰੋਂ। ਧੀਰਜ ਕੋਈ ਨਹੀਂ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਧੀਰਜ ਕੋਈ ਨਹੀਂ, ਮਨ ਤੜਪਦਾ, ਮਨ ਪਰੇਸ਼ਾਨ ਹੁੰਦਾ ਹੈ, ਮਨ ਹੋਰ ਦੁੱਖ ਦਾ ਅਨੁਭਵ ਕਰਦਾ ਹੈ। ਅਤੇ ਜਦ ਮੇਲ ਆਉਂਦਾ ਫਿਰ ਸਾਰੇ ਹੀ ਦੁੱਖ ਭੁੱਲ ਜਾਂਦੇ, ਫਿਰ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਇਹ ਜਾਗ੍ਰਿਤ ਹੋਏ ਹੋਏ ਹਿਰਦੇ ਵਾਲੇ ਘੋੜੇ ਹਨ। ਤ੍ਰਿਣਦਾਨਾ ਈਖਦ ਹੀ ਖਾਇਓ, ਥੋੜ੍ਹਾ ਜਿਹਾ ਹੀ ਖਾਧਾ ਹੈ। ਅਪਰ ਨ ਤਨ ਮੈਂ ਸੰਕਟ ਕੋਈ। ਮਹਾਰਾਜ ਕਹਿਣ ਲੱਗੇ, ਭਾਈ ਜੋਧ ਰਾਏ ਜੀ, ਇਹਦੇ ਸਰੀਰ 'ਚ ਹੋਰ ਕੋਈ ਸੰਕਟ ਨਹੀਂ, ਹੋਰ ਕੋਈ ਇਹਨੂੰ ਪੀੜਾ ਦੁੱਖ ਵੇਦਨਾ ਨਹੀਂ ਹੈ, ਵਿਛੋੜੇ ਕਰਕੇ ਹਾਲ ਹੈ। ਏਕ ਥਾਨ ਬੰਧੇ ਰਹਿ ਦੋਈ। ਇੱਕੋ ਥਾਂ ਦੋਵੇਂ ਬੱਝੇ ਰਹਿੰਦੇ ਸਰਾ। ਸਿਰ ਗੁਰ ਬੈਨ ਜੋਧ ਸਨਮਾਨਾ। ਤੇ ਭਾਈ ਜੋਧ ਰਾਏ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਸੀਸ ਝੁਕਾ ਕੇ ਮਹਾਰਾਜ ਜੀ ਦੇ ਬਚਨ ਦਾ ਸਨਮਾਨ ਕੀਤਾ, ਭਾਵ ਮੰਨ ਲਿਆ। ਬਚਨ ਦਾ ਸਨਮਾਨ ਕੀ ਹੈ? ਮੰਨ ਲੈਣਾ। ਤੇ ਅਪਮਾਨ ਇਹਦਾ ਉਲਟਾ ਹੈ, ਨਹੀਂ ਮੰਨਣਾ ਅਪਮਾਨ ਹੈ। ਹੋਰ ਕਿਸੇ ਦੀ ਪੱਗ ਲਾਹਿਆ ਇਹ ਨਿਰਾ ਅਪਮਾਨ ਨਹੀਂ ਹੁੰਦਾ। ਕਿਸੇ ਬਜ਼ੁਰਗ ਦਾ, ਕਿਸੇ ਵੱਡੇ ਦਾ, ਮਾਤਾ ਪਿਤਾ ਦਾ ਬਚਨ ਨਾ ਮੰਨਣਾ ਅਪਮਾਨ ਹੁੰਦਾ। ਇਹੋ ਜਿਹੇ ਅਪਮਾਨ ਕਰਨ ਵਾਲੇ ਪੁੱਤਰ, ਧੀਆਂ, ਰਿਸ਼ਤੇਦਾਰ, ਸੰਬੰਧੀ ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਣਗੇ। ਸਿੱਧਾ ਸਿੱਧਾ ਬਚਨ ਨਾ ਮੰਨਣਾ ਅਪਮਾਨ ਕਰਨਾ ਹੈ, ਅਤੇ ਮੰਨ ਲੈਣਾ ਸਨਮਾਨ ਕਰਨਾ ਹੈ।
ਭਾਈ ਜੋਧ ਰਾਏ ਜੀ ਨੇ ਮਹਾਰਾਜ ਜੀ ਦੇ ਬਚਨ ਦਾ ਸਨਮਾਨ ਕੀਤਾ ਤੇ ਸਨਮਾਨ ਕੀ ਹੈ, ਮੰਨ ਲਿਆ ਕਿ ਮਹਾਰਾਜ ਆਪ ਦਰੁਸਤ ਫਰਮਾ ਰਹੇ ਹੋ, ਵਾਕਈ ਮੈਂ ਘੋੜਿਆਂ ਦਾ ਸੇਵਾਦਾਰ ਹਾਂ, ਸੇਵਾ ਕਰਦਾ, ਇਹਨਾਂ ਦੇ ਸੁਭਾਅ ਨੂੰ ਸਮਝਦਾ, ਹੋਰ ਕੋਈ ਪੀੜਾ ਤੇ ਕਿਧਰੇ ਨਹੀਂ ਹੈ। ਮੈਂ ਕੱਲੇ ਕੱਲੇ ਇਸ ਘੋੜੇ ਦੇ ਪੈਰਾਂ ਨੂੰ, ਖੁਰਾਂ ਨੂੰ, ਪਿੱਠ ਨੂੰ, ਮਸਤਕ ਨੂੰ, ਗਰਦਨ ਨੂੰ ਸਭ ਜਗ੍ਹਾ ਮਲ ਕੇ ਸਪਰਸ਼ ਕਰਕੇ ਦੇਖਿਆ ਵੀ ਕਿਤੇ ਦਬਾਣ ਨਾਲ ਪੀੜਾ ਹੋਵੇ, ਨਹੀਂ ਹੁੰਦੀ। ਆਪ ਸੱਚ ਦਰੁਸਤ ਫਰਮਾ ਰਹੇ ਹੋ, ਇਸ ਨੂੰ ਵਿਛੋੜੇ ਦੀ ਹੀ ਪੀੜਾ ਹੈ। ਸੱਚ ਜਾਣਨਾ ਸਾਧ ਸੰਗਤ, ਹੋਰ ਇਤਨਾ ਵੱਡਾ ਕੋਈ ਪੀੜਾਦਾਇਕ ਦੁੱਖ ਨਹੀਂ ਹੈ ਜਿਤਨਾ ਵਿਛੋੜਾ ਪੀੜਾਦਾਇਕ ਦੁੱਖ ਹੈਗਾ। ਮਹਾਰਾਜ ਜੀ ਨੇ ਤਾਂ ਪਹਿਲਾਂ ਇਹਦਾ ਹੀ ਜ਼ਿਕਰ ਕੀਤਾ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਕਿਤਨੇ ਗਹਿਰੇ ਬਚਨ ਹਨ। ਬਹੁਤ ਵੱਡਾ ਦੁੱਖ ਹੈ, ਜਾਂ ਇੰਝ ਕਹਿ ਲਓ ਸਾਡੀ ਜ਼ਿੰਦਗੀ ਜਿਤਨੇ ਰੋਗ ਨੇ, ਸੋਗ ਨੇ, ਦੁੱਖ ਹੈ, ਪੀੜਾ ਹੈ, ਬਾਧਾਵਾਂ ਨੇ, ਉਹ ਸਾਰੀਆਂ ਇਸ ਕਰਕੇ ਨੇ ਪ੍ਰਭੂ ਕੋਲੋਂ ਵਿਛੜੇ ਹੋਏ। ਇਹ ਅਰਦਾਸ ਵੀ ਕਰੀਦੀ ਹੈ ਜਦ ਕੋਈ ਸਰੀਰਕ ਪਿਆਨਾ ਕਰ ਜਾਂਦਾ ਨਾ, ਫਿਰ ਭਾਈ ਸਾਹਿਬ ਅਰਦਾਸ ਕਰਦੇ ਨੇ ਵੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ੋ, ਕਿਉਂਕਿ ਜੇ ਵਿਛੜੀ ਰਹੀ ਫਿਰ ਦੁੱਖ ਹੈ। ਵਿਛੋੜਾ ਸਭ ਤੋਂ ਵੱਡਾ ਦੁੱਖ, ਤੇ ਇਸ ਗੱਲ ਨੂੰ ਸਨਮਾਨ ਸਹਿਤ ਸਿਰ ਝੁਕਾ ਕੇ ਦਸਤਬਸਤਾ ਭਾਈ ਸਾਹਿਬ ਭਾਈ ਜੋਧ ਰਾਏ ਜੀ ਨੇ ਪ੍ਰਵਾਨ ਕਰ ਲਿਆ। ਮਹਾਰਾਜ ਠੀਕ ਕਹਿੰਦੇ ਹੋ, ਬਜਾ ਫਰਮਾ ਰਹੇ ਹੋ, ਇਹਨੂੰ ਦੁੱਖ ਤਾਂ ਵਿਛੋੜਾ ਹੀ ਹੈ। ਨਿਸਚੈ ਆਪ ਪ੍ਰਥਮ ਹੀ ਜਾਨਾ। ਮਹਾਰਾਜ ਨਿਰਸੰਦੇਹ ਆਪ ਜੀ ਨੇ ਪਹਿਲਾਂ ਹੀ ਬਿਨਾਂ ਇਹਨੂੰ ਦੇਖਿਆ ਹੀ ਜਾਣ ਲਿਆ ਵੀ ਵਿਛੋੜੇ ਵਿੱਚ ਰੋ ਰਿਹਾ ਹੈ। ਸਰਬ ਸਕਤ ਕੇ ਮਾਲਿਕ ਰਾਵਰ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਤਾਂ ਸਾਰੀਆਂ ਸ਼ਕਤੀਆਂ ਦੇ ਮਾਲਕ ਤੇ ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਹੋ। ਕਹਿਓ ਜੋ ਤਰ ਕਹਿ ਸੋ ਮਤ ਬਾਵਰ। ਸੱਚੇ ਪਾਤਸ਼ਾਹ, ਪਰ ਜਿਹੜਾ ਮਨੁੱਖ ਤੁਹਾਡੇ ਬਚਨ ਦਾ ਸਨਮਾਨ ਨਹੀਂ ਕਰਦਾ, ਮਨ ਨਹੀਂ ਮੰਨਦਾ, ਉਹ ਬਾਵਰਾ ਹੈ, ਪਾਗਲ ਹੈ, ਜਿਹੜਾ ਬਚਨ ਨਹੀਂ ਮੰਨਦਾ। ਆਪਣੇ ਬਜ਼ੁਰਗਾਂ ਦਾ, ਵੱਡਿਆਂ ਦਾ, ਗੁਰੂ ਸਾਹਿਬ ਜੀ ਦਾ ਜਿਹੜਾ ਬਚਨ ਨਹੀਂ ਮੰਨਦਾ, ਉਹ ਪਾਗਲ ਹੈ। ਇਸ ਤਰ੍ਹਾਂ ਭਾਈ ਜੋਧ ਰਾਏ ਜੀ ਆਖਣ ਲੱਗੇ, ਸਿਆਣਾ ਨਹੀਂ ਹੁੰਦਾ। ਅਬ ਕਰ ਫੇਰ ਧੀਰ ਕੋ ਦਹਿਓ। ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਤੁਹਾਡੇ ਬਚਨ ਨੂੰ ਤਰਕਦਾ ਹੈ, ਨਹੀਂ ਮੰਨਦਾ, ਢੁਚਰਾਂ ਡਾਉਂਦਾ ਹੈ, ਬੜਾ ਵੱਡਾ ਬਾਵਰਾ ਪਾਗਲ ਹੈ। ਅਬ ਕਰ ਫੇਰ ਧੀਰ ਕੋ ਦਹਿਓ। ਮਹਾਰਾਜ ਸੱਚੇ ਪਾਤਸ਼ਾਹ ਹੁਣ ਹੱਥ ਫੇਰ ਕੇ ਧੀਰਜ ਦੇ ਰਹੇ ਹੋ। ਮਨ ਇਸ ਕੋ ਥਿਰ ਭਲੇ ਕਰੈ ਹੋ। ਸੱਚੇ ਪਾਤਸ਼ਾਹ, ਇਹਦਾ ਮਨ ਭਲਾ ਟਿਕ ਜਾਵੇ। ਤਬ ਸਤਿਗੁਰ ਨਿਜ ਪੰਕਜ ਹਾਥ। ਫੇਰ ਸਾਹਿਬ ਗੁਰੂ ਹਰਗੋਬਿੰਦ ਜੀ ਮੁਸਕਰਾਏ। ਇੱਕ ਦਫਾ ਆਪਣੇ ਨੇਤਰ ਬੰਦ ਕਰੋ, ਜਿਤਨੇ ਸੁਣ ਰਹੇ ਹੋ ਨਾ। ਇੱਥੇ ਮਹਾਰਾਜ ਜੀ ਦੇ ਘਰ ਵਿੱਚ ਵੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ੇ ਹੋਏ ਆਪਣੇ ਘਰ ਵਿੱਚ ਵੀ, ਜਿੱਥੇ ਬੈਠੇ ਹੋ, ਨੇਤਰ ਮੂੰਦ ਲਵੋ ਤੇ ਮਹਾਰਾਜ ਜੀ ਦਾ ਮੁਸਕਰਾਉਂਦਾ ਹੋਇਆ ਪਾਤਸ਼ਾਹ ਜੀ ਦਾ ਚੰਨ ਮੁਖੜਾ ਆਪਣੇ ਸਾਹਮਣੇ ਨਜ਼ਰ ਦੇ ਲਿਆਓ ਤੇ ਮੁਸਕਰਾਹਟ ਦਾ ਅਦਬ ਆਨੰਦ ਅਨੁਭਵ ਕਰਦਿਆਂ ਇੱਕ ਵਾਰੀ ਗੱਜ ਕੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਮੁਸਕਰਾਏ ਹਨ। ਤਬ ਸਤਿਗੁਰ ਨਿਜ ਪੰਕਜ ਹਾਥ, ਤੇ ਆਪਣਾ ਹਸਤ ਕਮਲ ਫੇਰਨ ਕੀਨ ਦਿਲਾਸੇ ਸਾਥ। ਤੇ ਮਹਾਰਾਜ ਜੀ ਨੇ ਗੁਲਬਾਗ ਘੋੜੇ ਦੀ ਪਿੱਠ ਤੇ ਹੱਥ ਫੇਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਫਿਰਦਿਆਂ ਉਸ ਨੂੰ ਇੰਝ ਲੱਗਿਆ ਜਿਵੇਂ ਕੋਈ ਬਹੁਤ ਵਿਦੁੱਤੀਏ ਤਰੰਗਾਂ, ਵਿਦੁੱਤ ਤਰੰਗਾਂ, ਕੋਈ ਇਲੈਕਟ੍ਰੋਨਿਕ ਵੇਵਜ਼ ਉਹਦੇ ਸਰੀਰ ਵਿੱਚ ਪ੍ਰਵੇਸ਼ ਕਰ ਰਹੀਆਂ। ਵਾਕਈ ਜਿਸ ਬੰਦੇ ਦਾ ਦੁੱਖ ਨਾ ਮੁੱਕਦਾ ਹੋਵੇ, ਦੂਜਿਆਂ ਦੀ ਪਰਾਧੀਨਤਾ ਵਿੱਚ ਹੋਵੇ, ਪਰਾਧੀਨਤਾ 'ਚ ਹੋਵੇ,
ਕਿਤੇ ਗੁਰੂ ਸਾਹਿਬ ਦਾ ਹੱਥ ਉਹਦੇ ਸਿਰ ਤੇ ਆ ਜਾਏ ਤੇ ਮਹਾਰਾਜ ਕਹਿੰਦੇ ਨੇ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਿਤਨੀਆਂ ਬੁਰਾਈਆਂ ਨੇ, ਰੋਗ ਨੇ ਸਰੀਰ ਵਿੱਚ, ਸੋਗ ਨੇ ਮਨ ਵਿੱਚ, ਉਹਨਾਂ ਸਾਰੀਆਂ ਬੁਰਾਈਆਂ ਦਾ ਨਾਸ਼ ਗੁਰੂ ਦਾ ਹੱਥ ਕਰ ਦੇਣ। ਆਪ ਜਦ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਹੁੰਚਦੇ ਹੋ ਨਾ, ਤੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਦੇ ਹੋ, ਤੇ ਫਿਰ ਮਹਾਰਾਜ ਪਤਾ ਕੀ ਕਰਦੇ ਨੇ? ਸਭ ਤੋਂ ਪਹਿਲਾਂ ਤੁਹਾਡੇ ਸਿਰ ਤੇ ਆਪਣਾ ਹੱਥ ਰੱਖ ਦਿੰਦੇ ਨੇ। ਤੇ ਜਦੋਂ ਮਹਾਰਾਜ ਹੱਥ ਰੱਖ ਦੇਣ ਫਿਰ ਬੁਰਾਈਆਂ ਮੁੱਕ ਜਾਂਦੀਆਂ ਨੇ। ਬਸ ਅਸੀਂ ਹੱਥ ਆਪਣਾ ਸਿਰ ਇਸ ਕਾਬਲ ਬਣਾਈਏ ਕਿ ਮਹਾਰਾਜ ਨੇ ਜੋ ਹੱਥ ਰੱਖਿਆ ਹੁਣ ਰੱਖਿਆ ਹੀ ਰਹੇ, ਹੁਣ ਚੁੱਕਿਆ ਨਾ ਜਾਏ। ਕਿਹੜਾ ਹੱਥ ਹੈ ਮਹਾਰਾਜ ਜੀ ਦਾ? ਹੱਥ ਦੀਆਂ 5 ਉਂਗਲਾਂ ਹੁੰਦੀਆਂ ਨਾ, ਇਹ ਪੰਜਾ ਹੀ ਹੈ ਨਾ ਹੱਥ। ਤੇ ਪੰਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 5 ਕਕਾਰ ਨੇ, ਗੁਰੂ ਸਾਹਿਬ ਦਾ ਹੱਥ ਹੈਗਾ। ਇਹ ਆਪਣੇ ਤਨ ਤੇ ਲਗਵਾ ਲੈਣਾ, ਸਿਰ ਤੇ ਰਖਵਾ ਲੈਣਾ। ਤੇ ਦੂਜੇ ਹੱਥ ਦਾ ਪੰਜਾ 5 ਬਾਣੀਆਂ ਨੇ, ਇਹ ਵੀ ਆਪਣੇ ਮਨ ਤੇ ਲਵਾ ਲੈਣੀਆਂ। ਇਹ ਗੁਰੂ ਦਾ ਪੰਜਾ ਹੈ। ਉੱਥੇ ਪੰਜਾ ਸਾਹਿਬ ਪਾਕਿਸਤਾਨ ਅੱਜ ਕੱਲ੍ਹ ਆ ਗਿਆ, ਉਹਦੇ 'ਚ ਮਹਾਰਾਜ ਜੀ ਦਾ ਪੰਜਾ ਪੱਥਰ ਤੇ ਲੱਗਿਆ ਤੇ ਮੋਮ ਬਣ ਗਿਆ ਤੇ ਜਲ ਦਾ ਸੋਮਾ ਬਣ ਕੇ ਚੱਲ ਪਿਆ। ਇਹ ਰਾਜਗੀਰ ਤੁਸੀਂ ਦਰਸ਼ਨ ਕਰਦੇ ਹੋ, ਇਹ ਵੀ ਗੁਰੂ ਨਾਨਕ ਦਾ ਪੰਜਾ ਸਾਹਿਬ ਹੀ ਹੈ। ਇੱਥੇ ਚਰਨਾਂ ਦਾ ਪੰਜਾ ਲੱਗਿਆ ਹੋਇਆ, ਜਲ ਦੀਆਂ ਤਰੰਗਾਂ ਤੇ ਮਹਾਰਾਜ ਦਾ ਚਰਨ ਸੋਇਆ, ਉਹ ਪੰਜਾ ਲੱਗਿਆ। 5 ਬਾਣੀਆਂ ਗੁਰੂ ਦਾ ਹੱਥ, 5 ਕਕਾਰ ਗੁਰੂ ਦਾ ਦੂਜਾ ਹੱਥ। ਤੇ ਇਸ ਤਰ੍ਹਾਂ ਫਿਰ ਜਿਹਦੇ ਸਿਰ ਤੇ ਆ ਜਾਏ, ਆਪਣੇ ਤਨ ਤੇ ਮਨ ਤੇ ਗੁਰੂ ਦਾ ਹੱਥ ਟਿਕਿਆ ਰਹੇ ਤੇ ਨਿਤਨੇਮ ਜਾਰੀ ਰੱਖੋ, ਹੱਥ ਟਿਕਿਆ ਹੋਇਆ। ਤੇ ਨਿਤਨੇਮ ਛੱਡ ਦਿਓ ਤੇ ਹੱਥ ਚੁੱਕਿਆ ਗਿਆ। ਤੇ ਨਿਤਨੇਮ ਦੀਆਂ ਬਾਣੀਆਂ ਦੀ, ਨਿਤਨੇਮੀਆਂ ਦੀ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਲੱਗ ਪਓ ਤੇ ਹੱਥ ਬਹੁਤ ਹੀ ਦੂਰ ਚਲਾ ਗਿਆ। ਫਿਰ ਪਾਪ ਹੀ ਰਹਿ ਗਏ, ਫਿਰ ਦੁੱਖ ਹੀ ਰਹਿ ਗਏ। ਤਾਹੇ ਕਹਾ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਤੇ ਰੋਜ਼ ਤਾਂ ਮੰਗਦੇ ਆ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਘਾਵੋ, ਆਪ ਹਾਥ ਦੇ ਮੋਹਿ ਬਚਾਓ। ਕੀ ਮੰਗਦੇ ਆ ਮਹਾਰਾਜ ਕੋਲ? ਇਹੀ ਮੰਗਦੇ ਆ। ਤੇ ਉਹ ਮਿਹਰ ਭਰਿਆ ਹੱਥ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਘੋੜੇ ਦੀ ਪਿੱਠ ਤੇ ਫੇਰਿਆ ਹੈ। ਬਦਨ ਬਿਲੋਚਨ ਪੀਠ ਉਦਾਰਾ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਦੇਖਦੇ ਪਏ ਨੇ, ਨੈਣ ਨਕਸ਼ ਬੜੇ ਸੋਹਣੇ ਨੇ, ਮੁਖੜਾ ਬੜਾ ਸੋਹਣਾ ਹੈ, ਕਨੌਤਰੀਆਂ ਬੜੀਆਂ ਸੋਹਣੀਆਂ ਨੇ, ਤੇ ਪਿੱਠ ਬਹੁਤ ਚੌੜੀ ਹੈ, ਲੰਬੀ ਬੇਲ ਦਾ ਦਰਸ਼ਨੀ ਤੇ ਇੰਤਹਾਈ ਕੀਮਤੀ ਘੋੜਾ ਹੈ। ਧਰ ਕਰ ਕਰ ਕੋ ਰਿਚਰ ਉਚਾਰਾ। ਔਰ ਇਸ ਤਰ੍ਹਾਂ ਨੇ ਧਰ ਕਰ ਕਰ ਕੋ ਰੁਚਰ ਉਚਾਰਾ। ਮਹਾਰਾਜ ਜੀ ਨੇ ਆਪਣੇ ਮੁਬਾਰਕ ਹਸਤ ਕਮਲ ਨੂੰ ਪਿੱਠ ਤੇ ਰੱਖਿਆ, ਗਰਦਨ ਤੇ ਫੇਰਿਆ, ਮੁਖੜੇ ਤੇ ਫੇਰਿਆ, ਤੇ ਦੋਹਾਂ ਹੱਥਾਂ ਨਾਲ ਇਸ ਤਰ੍ਹਾਂ ਮੁਖੜਾ ਥਪਥਪਾਇਆ ਵੀ ਘੋੜੇ ਦਾ। ਜਦ ਇਤਨੀ ਮਿਹਰ ਦੀ ਬਾਰਿਸ਼ ਕਰ ਦਿੱਤੀ, ਮਿਹਰ ਨਾਲ ਨਿਵਾਜ਼ ਦਿੱਤਾ, ਹੱਥ ਫੇਰਿਆ ਤੇ ਨਾਲ ਇਸ ਤਰ੍ਹਾਂ ਇੱਕ ਸੋਹਣਾ ਬਚਨ ਵੀ ਆਖਿਆ, ਨਾਮ ਜਾਨ ਪਾਈ ਕਹਿ ਕਰ ਕਹਿ। ਮਹਾਰਾਜ ਕਹਿਣ ਲੱਗੇ, ਤੇਰਾ ਨਾਮ ਉਹਨਾਂ ਠੀਕ ਹੀ ਰੱਖਿਆ ਦਿਲ ਬਾਗ, ਖੁਸ਼ੀ ਨਾਲ ਭਰਿਆ ਹੋਇਆ ਤੇਰਾ ਹਿਰਦਾ, ਖੁਸ਼ੀ ਨਾਲ ਖਿਲਿਆ ਹੋਇਆ ਤੇਰਾ ਹਿਰਦਾ। ਪਰ ਅਸੀਂ ਤੇ ਤੇਰਾ ਨਾਮ ਭਾਈ ਜਾਨ ਰੱਖਦੇ ਹਾਂ। ਭਾਈ ਜਾਨ ਭਰਾ ਨੂੰ ਹੀ ਕਹਿੰਦੇ ਨੇ। ਮਹਾਰਾਜ ਜੀ ਨੇ ਜਾਨ ਭਾਈ ਇਹਦਾ ਨਾਮ ਰੱਖਿਆ। ਤ੍ਰਿਣ ਦਾਣਾ ਅਚਵੋ ਹਿਤ ਧਰ ਕੈ। ਤੇ ਨਾਲੇ ਮਹਾਰਾਜ ਆਪਣਾ ਮੁਖੜਾ ਇਹਦੇ ਕੰਨ ਦੇ ਨੇੜੇ ਕਰਕੇ ਆਖਣ ਲੱਗੇ, ਭਾਈ ਜਾਨ ਧਿਆਨ ਨਾਲ ਭੋਜਨ ਕਰੋ।
ਰੱਜ ਕੇ ਘਾਹ ਦਾਣਾ ਖਾਓ। ਗੁਰ ਹਾਂਜੀ। ਘਰ ਆਏ ਕਸ਼ਟ ਨਹਿ ਪਾਵੋ। ਇੱਥੇ ਗੁਰੂ ਨਾਨਕ ਦੇ ਘਰ ਆਏ ਹੋ, ਕਿਉਂ ਰੋਂਦੇ ਹੋ? ਕਸ਼ਟ ਕਿਸ ਗੱਲ ਦਾ ਹੈ? ਤਨ ਮਨ ਸਭ ਪੀਰ ਮਿਟਾਵੋ। ਆਪਣੇ ਤਨ ਦੀ ਮਨ ਦੀ ਪੀੜਾ ਦੂਰ ਕਰ ਦਿਓ। ਇਹ ਬਚਨ ਸਾਡੇ ਸਾਰਿਆਂ ਲਈ ਵੀ ਹੈ ਬਈ ਪਟਨਾ ਗੁਰੂ ਕਾ ਘਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈਗਾ, ਸਰਬਤ ਸੰਗਤ ਪਟਨੇ ਕੀ, ਜਿਨ ਸਿੱਖ ਵਾਹਿਗੁਰੂ ਕੀਆ ਹੈ, ਤਿਸਕੇ ਮਨੋਰਥ ਪੂਰੇ ਹੋਵੇਂਗੇ। ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਦਾ ਭਰੋਸਾ ਹੈ, ਤਿਸਕੇ ਮਨੋਰਥ ਪੂਰਨ ਹੋਵੇਂਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ। ਅੱਜ ਤੁਸੀਂ ਪਹੁੰਚੇ ਹੋ, ਮਹਾਰਾਜ ਜੀ ਦੀ ਗੋਲਕ 'ਚ ਭੇਟਾ ਕੀਤੀ ਹੈ, ਮਾਇਆ ਇਮਾਰਤਾਂ ਲਈ ਭੇਟਾ ਕੀਤੀ ਹੈ, ਲੰਗਰਾਂ ਲਈ ਭੇਟਾ ਕੀਤੀ ਹੈ। ਇਹ ਮਹਾਰਾਜ ਜੀ ਦੇ ਘਰ ਦੇ ਵਾਧੇ ਲਈ ਹੈ। ਵਧਾਈ ਦਾ ਮਤਲਬ ਹੈ ਵਾਧਾ ਹੋਣਾ। ਗੋਬਿੰਦ ਦਾਸ ਕੀ ਵਧਾਈ ਉੱਪਰ ਖਰਚ ਕੀਆ, ਗੁਰੂ ਕੀ ਦਰਗਾਹ ਥਾਂ ਪਿਆ। ਰੁਪਈਏ ਕੀ ਮੋਹਰ ਥਾਂ ਪੜੀ, ਪਿੱਛੇ ਸੇਵਾ ਕੀਤੀ ਸਭ ਥਾਂ ਪਈ। ਜੋ ਜੋ ਤੁਸੀਂ ਪਹਿਲਾਂ ਵੀ ਸੇਵਾ ਕੀਤੀ ਹੈ, ਤੁਹਾਡੀ ਥਾਂ ਪੈ ਗਈ ਹੈ। ਪਟਨਾ ਸਾਹਿਬ ਆ ਕੇ ਜੋ ਤੁਸੀਂ ਸੇਵਾ ਕੀਤੀ ਉਹ ਥਾਂ ਪੈ ਗਈ। ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ। ਪਿੱਛੇ ਸੇਵਾ ਕੀਤੀ ਸਭ ਥਾਂ ਪਈ, ਅੱਗੇ ਜੋ ਸੇਵਾ ਕਰੇਗਾ। ਹੁਣ ਅੱਗੇ ਤੋਂ ਮਤਲਬ ਅੱਜ ਤੱਕ ਨਹੀਂ, ਅੱਗੇ ਵੀ ਜਿਹੜਾ ਸੇਵਾ ਕਰੇਗਾ, ਮਹਾਰਾਜ ਕਹਿੰਦੇ ਉਹਦਾ ਸਭ ਕੁਝ ਚੰਗਾ ਹੋ ਜਾਏਗਾ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅੱਗੇ ਜੋ ਸੇਵਾ ਕਰੇਗਾ ਤਿਸਕਾ ਭਲਾ ਹੋਗ, ਸੰਗਤ ਕੇ ਰੋਜ਼ਗਾਰ ਮੋ ਬਰਕਤ ਹੋਗ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਇਹ, ਮਹਾਰਾਜ ਜੀ ਦੀ ਰਸਨਾ ਤੋਂ ਉਚਰੇ ਹੋਏ ਹੁਕਮਨਾਮੇ 'ਚ ਬਚਨ ਹਨ। ਅੱਗੇ ਜੋ ਸੇਵਾ ਕਰੇਗਾ ਤਿਸਕਾ ਭਲਾ ਹੋਗ। ਭਾਈ ਜੀ ਸਿਰੋਂ ਪਾਓ ਭੇਜਿਆ ਹੈ। ਭਾਈ ਜੀ ਆਪ ਮਾਮਾ ਕਿਰਪਾਲ ਚੰਦ ਜੀ ਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਸਨ। ਸੰਗਤ ਕਾ ਭਲਾ ਹੋਗ। ਇਹ ਪਟਨਾ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਸਿਰੋਂ ਪਾਓ ਦਿੱਤਾ ਹੋਇਆ। ਜਿੱਥੇ ਤੁਸੀਂ ਬੈਠੇ ਹੋ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਸਿਰੋਂ ਪਾਓ ਭੇਜਿਆ ਹੋਇਆ ਤੇ ਆਖਿਆ ਜਿਹੜਾ ਇੱਥੇ ਆਏਗਾ ਉਹਦਾ ਭਲਾ ਹੋ ਜਾਣਾ। ਇੱਕ ਵਾਰੀ ਜੈਕਾਰਾ ਬੁਲਾਓ ਇਸ ਗੱਲ ਤੇ ਸਾਰੇ। ਨਿਰਸੰਦੇਹ ਸਭ ਜਗ੍ਹਾ ਇਹ ਬੋਲ ਆਖੇ ਜਾਂਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਕਾ ਭਲਾ। ਪਰ ਜਿਹੜਾ ਇੱਥੇ ਆਵੇਗਾ, ਮਹਾਰਾਜ ਦਾ ਬਚਨ ਰੂਪੀ ਹੁਕਮਨਾਮਾ ਰੂਪੀ ਸਿਰੋਂ ਪਾਓ ਮੌਜੂਦ ਹੈ, ਉਹਦਾ ਭਲਾ ਹੋ ਜਾਣਾ, ਉਹਦਾ ਬੁਰਾ ਨਹੀਂ ਹੋ ਸਕਦਾ। ਇਹ ਮਹਾਰਾਜ ਜੀ ਦੇ ਬਚਨਾਂ ਦੀ ਬਰਕਤ ਹੈ। ਸਾਹਿਬ ਘੋੜੇ ਪ੍ਰਤੀ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਘਰ ਆਇਓ, ਕਸ਼ਟ ਕਿਸ ਗੱਲ ਦਾ? ਕੋਈ ਕਸ਼ਟ ਨਹੀਂ ਰਹੇਗਾ। ਤਨ ਮਨ ਕੀ ਸਭ ਪੀਰ ਮਿਟਾਵੋ। ਆਪਣੇ ਤਨ ਦੀ ਮਨ ਦੀ ਪੀੜਾ ਦੂਰ ਕਰ। ਜਿਸ ਕੋ ਚਾਹੈ ਆਏ ਸੋ ਜੈ। ਔਰ ਇਸ ਤਰ੍ਹਾਂ ਦੇ ਨਾਲ ਜਿਸ ਕੋ ਚਾਹੈ ਆਏ ਸੋ ਜੈ। ਜਿਸ ਨੂੰ ਗੁਰੂ ਸਾਹਿਬ ਚਾਹੁੰਦੇ ਹਨ ਉਹ ਪ੍ਰੇਮੀ ਜਨ ਆ ਜਾਂਦੇ ਹਨ। ਪ੍ਰੇਮੀ ਕੋ ਪ੍ਰਭੂ ਮਿਲੈ ਹੈ। ਤੇ ਤੂੰ ਜਿਸ ਨੂੰ ਚਾਹ ਰਿਹਾ, ਦੂਜਾ ਤੇਰਾ ਸਾਥੀ ਘੋੜਾ ਤੈਨੂੰ ਆ ਕੇ ਮਿਲੇਗਾ। ਦੇਖੋ ਗੁਰੂ ਸਾਹਿਬ ਤੇ ਘੋੜਾ ਤੇ ਪਸ਼ੂ ਹੀ ਹੈ ਨਾ। ਪਸ਼ੂ ਦੀ ਪੀੜਾ ਵੀ ਨਹੀਂ ਰਹਿਣ ਦਿੰਦੇ, ਕਹਿੰਦੇ ਨੇ ਤੂੰ ਜਿਹਨੂੰ ਚਾਹ ਰਿਹਾ ਉਹ ਤੈਨੂੰ ਆ ਕੇ ਮਿਲੇਗਾ। ਤੇ ਜਿਹੜਾ ਗੁਰੂ ਪਾਤਸ਼ਾਹ ਦੇ ਘਰ ਆਇਆ ਹੋਵੇ ਤੇ ਉਹ ਜੋ ਬਰਕਤਾਂ ਚਾਹੇ, ਜੋ ਖੇੜੇ ਚਾਹੇ, ਜੋ ਆਨੰਦ ਚਾਹੇ, ਉਹਨੂੰ ਆ ਕੇ ਮਿਲੇਗਾ। ਜਾਣ ਦੀ ਲੋੜ ਨਹੀਂ ਪੈਣੀ, ਆ ਕੇ ਮਿਲੇਗਾ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇਂ, ਧਾਏ ਦੌੜ ਕੇ ਆ ਜਾਂਦੀਆਂ ਨੇ ਬਰਕਤਾਂ।
ਜਿਹੜਾ ਗੁਰੂ ਨੂੰ ਯਾਦ ਕਰਦਾ ਹੈ। ਸੁਨ ਸਤਿਗੁਰ ਕੇ ਬਾਕ ਸੁਹਾਏ, ਮਹਾਰਾਜ ਜੀਆਂ ਦੇ ਸੋਹਣੇ ਸੁਹਾਵਣੇ ਅੰਮ੍ਰਿਤ ਬਚਨ ਸੁਣ ਕੇ ਹੁਰ ਕਿਉ ਘੋਰਾ ਉਰ ਹਰ ਖਾਏ। ਇਹ ਜਿਵੇਂ ਤੁਸੀਂ ਸਾਰਿਆਂ ਨੇ ਜੈਕਾਰਾ ਬੁਲਾਇਆ ਨਾ, ਇਸ ਤਰ੍ਹਾਂ ਜਿਹਦਾ ਨਾਮ ਮਹਾਰਾਜ ਨੇ ਜਾਨ ਭਾਈ ਭਾਈ ਜਾਨ ਰੱਖਿਆ, ਉਹਨੇ ਫੁਰਕੜਾ ਮਾਰਿਆ। ਜਿਨ੍ਹਾਂ ਨੇ ਘੋੜੇ ਰੱਖੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਜਦ ਘੋੜਾ ਖੁਸ਼ ਹੋਵੇ ਨਾ ਫਿਰ ਫੁਰਕਦਾ, ਵਿਸ਼ੇਸ਼ ਤਰ੍ਹਾਂ ਦੀ ਆਵਾਜ਼ ਨਾਸਕਾ ਚੋਂ ਪ੍ਰਗਟ ਕਰਦਾ ਹੈ। ਜਿਹੜੇ ਪੰਛੀ ਜਗਤ ਨੂੰ ਜਾਣਦੇ ਉਹ ਵੀ ਦੇਖਦੇ ਨੇ ਵੀ ਜਦੋਂ ਮਾਲਕ ਆਉਂਦਾ ਹੈ ਤੇ ਪੰਛੀ ਨੱਚਣ ਲੱਗ ਪੈਂਦੇ, ਟਹਿਣੀ ਤੇ ਇੱਧਰੋਂ ਇੱਧਰ ਦੌੜਦੇ ਨੇ। ਇੱਧਰੋਂ ਮੈਂ ਦੇਖਿਆ ਹੋਇਆ, ਪੜ੍ਹਿਆ ਮੈਂ ਇਹਨਾਂ ਬਾਰੇ। ਫਿਰ ਦੋਵੇਂ ਪੰਖ ਜਿਹੜੇ ਨੇ ਉਹਨਾਂ ਨੂੰ ਇੰਝ ਹਾਰਟ ਸ਼ੇਪ ਬਣਾ ਲੈਣਗੇ ਤੇ ਫਿਰ ਨੱਚਣਗੇ, ਫਿਰ ਗਰਦਨ ਝੁਕਾਉਣਗੇ, ਫਿਰ ਗਾਉਣਗੇ। ਤੁਸੀਂ ਦੇਖ ਲੈਣਾ, ਪੜ੍ਹ ਲੈਣਾ ਪੰਛੀਆਂ ਦੇ ਜੀਵਨ ਬਾਰੇ, ਉਹਨਾਂ ਦੇ ਹਾਵ ਭਾਵ ਬਾਰੇ ਪੜ੍ਹ ਲੈਣਾ, ਤੁਹਾਨੂੰ ਵੀ ਪਤਾ ਲੱਗ ਜਾਏਗਾ। ਇਸ ਤਰ੍ਹਾਂ ਘੋੜੇ ਨੇ ਫੁਰਕਣ ਦੀ ਆਵਾਜ਼ ਕੀਤੀ, ਮਤਲਬ ਇਹ ਹੈ ਵੀ ਮਹਾਰਾਜ ਦੇ ਹੱਥ ਦਾ ਵੀ ਇਹਨੇ ਸਪਰਸ਼ ਕਰ ਲਿਆ ਤੇ ਮਹਾਰਾਜ ਦਾ ਬਚਨ ਵੀ ਸਮਝ ਆ ਗਿਆ ਕਿ ਜਿਹਦੇ ਵਿਛੋੜੇ 'ਚ ਤੂੰ ਰੋ ਰਿਹਾ ਹੈ ਉਹ ਤੈਨੂੰ ਇੱਥੇ ਹੀ ਆ ਕੇ ਮਿਲੇਗਾ। ਆਕੇ ਪਰੇ ਤ੍ਰਿਣ ਮੁਖ ਡਾਰੇ, ਤੇ ਝਟਪਟ ਜਿਹੜੇ ਅੱਗੇ ਘਾਹ ਦਾਣਾ ਪਿਆ ਹੋਇਆ ਸੀ ਉਹ ਵੀ ਛਕਣ ਲੱਗ ਪਿਆ, ਨਾਲੇ ਖੁਸ਼ ਹੋ ਰਿਹਾ ਤੇ ਨਾਲੇ ਖਾ ਰਿਹਾ ਹੈ। ਜੋਧ ਆਦ ਤੇ ਸਰਬ ਨਿਹਾਰੇ, ਭਾਈ ਜੋਧ ਰਾਏ ਜੀ ਤੇ ਹੋਰ ਸਾਰੇ ਦੇਖਦੇ ਪਏ ਹਨ। ਖਾਣ ਲਗਿਓ ਲਖਰੀ ਦੇ ਆਨੰਦੇ, ਤੇ ਸਾਰੇ ਖੁਸ਼ ਹੋਏ ਵੀ ਮਹਾਰਾਜ ਨੇ ਹੱਥ ਫੇਰ ਕੇ ਦੋ ਬੋਲ ਇਹਦੇ ਕੰਨ ਕੋਲ ਕਹਿ ਕੇ ਇਹਦੇ ਸਾਰੇ ਰੋਗ ਹੀ ਦੂਰ ਕਰ ਦਿੱਤੇ ਨੇ। ਘੋੜੇ ਨੂੰ ਭਰੋਸਾ ਹੋ ਗਿਆ ਬਈ ਹੁਣ ਮੇਰਾ ਦੂਜਾ ਸਾਥੀ ਵੀ ਆਵੇਗਾ। ਧੰਨ ਧੰਨ ਸ੍ਰੀ ਹਰਿ ਗੋਬਿੰਦੇ, ਇਹ ਸਭ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗ ਪਏ। ਹੁਣ ਇਕਾਂਤ ਮੈਂ ਬੈਠੇ ਜਾਏ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਪਾਸੇ ਆ ਬੈਠੇ ਹਨ। ਜੋਧ ਰਾਏ ਕੋ ਲੀਨ ਬੁਲਾਏ, ਤੇ ਭਾਈ ਜੋਧ ਰਾਏ ਜੀ ਨੂੰ ਵੀ ਕੋਲ ਬੁਲਾ ਲਿਆ। ਵਿਧੀ ਚਾਂਦ ਪੁਨ ਨਿਕਟ ਹਕਾਰਾ, ਤੇ ਧੰਨ ਧੰਨ ਬ੍ਰਹਮ ਗਿਆਨੀ ਆਤਮਾ ਗੁਰੂ ਕਾ ਸੀਨਾ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਵੀ ਲਾਗੇ ਬੁਲਾ ਲਿਆ ਹੈ। ਸਾਦਰ ਕਹਿ ਕਰ ਤਹਿ ਬੈਠਾ ਤੇ ਮਹਾਰਾਜ ਬੜੇ ਸਨਮਾਨ ਸਹਿਤ ਸ਼ਬਦਾਂ ਨਾਲ ਕਹਿਣ ਲੱਗੇ, ਭਾਵ ਮਿੱਠੇ ਬੋਲਾਂ ਵਿੱਚ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਬਿਠਾ ਕੇ ਆਖਣ ਲੱਗੇ, ਓ ਸੁਮਤੇ ਘੋਰਾ ਹਰ ਲਿਆਇਓ। ਆਖਣ ਲੱਗੇ, ਹੇ ਸੁਮਤਵਾਨ ਬਹਾਦਰ ਬਿਧੀ ਚੰਦ ਜੀ, ਹੇ ਦਾਨੇ ਪੁਰਸ਼ ਸੁਮਤੇ ਪੁਰਸ਼, ਤੁਸੀਂ ਘੋੜਾ ਉੱਥੋਂ ਲੈ ਆਏ ਹੋ ਚੁਰਾ ਕੇ। ਕਰ ਅਚਰਜ ਸਭ ਕੋ ਦਿਖਰਾਇਓ, ਤੇ ਸਾਰੇ ਅਸਚਰਜ ਹੋ ਗਏ ਨੇ ਕੌਤਕ ਦੇਖ ਕੇ। ਇਹੋ ਪੁਰਸਾਰਥ ਇੱਕ ਤੁਮ ਮਾਹੀ, ਇਹ ਹਿੰਮਤ, ਇਹ ਦਲੇਰੀ, ਇਹ ਪੁਰਸਾਰਥ ਤੇ ਬਿਧੀ ਚੰਦ ਜੀ ਇਹ ਬਲ ਤਾਂ ਤੁਹਾਡੇ ਵਿੱਚ ਹੀ ਹੈ। ਅਪਰ ਨਰਨ ਕਿਸ ਮਹਿ ਅਸਨਾਹੀ, ਤੁਹਾਡੇ ਵਰਗੀ ਬੁੱਧੀਮੱਤਾ ਹੋਰ ਕਿਸੇ ਵਿੱਚ ਨਹੀਂ ਹੈ। ਹੈ ਦੂਜੇ ਬਿਨ ਭਈ ਅਰੋਗਾ, ਪਰ ਇੱਕ ਗੱਲ ਬੜੇ ਅਯੋਗ ਹੈਗੀ ਹੈ ਬਈ ਦੂਜਾ ਘੋੜਾ ਨਹੀਂ ਆਇਆ। ਮੁਰਝਾਇਓ ਜਨ ਉਪਜੋ ਰੋਗ, ਉਸ ਕਰਕੇ ਉਹਦੇ ਵਿਛੋੜੇ ਵਿੱਚ ਇਹ ਘੋੜਾ ਮੁਰਝਾ ਗਿਆ, ਜਿਵੇਂ ਕੋਈ ਰੋਗ ਪੈਦਾ ਹੋ ਗਿਆ ਹੋਵੇ। ਇਹ ਬਚਨ ਮਹਾਰਾਜ ਜੀ ਕਰ ਰਹੇ ਹਨ। ਅਗਲੀ ਵਿਚਾਰ ਕੱਲ ਸਮੇਂ ਅਨੁਸਾਰ ਆਪ ਸਾਰੇ ਜਗਤ ਤੇ ਸਰਵਣ ਕਰਦੇ ਹੋ। ਕੋਈ 70 ਲੱਖ ਤੋਂ ਵੱਧ ਸੰਗਤਾਂ ਰੋਜ਼ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਹ ਸਿੱਧਾ ਪ੍ਰਸਾਰਣ ਟਾਈਮ ਟੀਵੀ ਰਾਹੀਂ, ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਰਾਹੀਂ, ਜਨਹਿਤ ਗੁਰਬਾਣੀ ਸੰਗਤ ਚੈਨਲ ਔਰ ਇਸ ਤਰ੍ਹਾਂ ਹੋਰ ਚੈਨਲਾਂ ਰਾਹੀਂ ਲਾਈਵ ਜਿਹੜਾ ਸਾਰੀਆਂ ਸੰਗਤਾਂ ਸੁਣਦੀਆਂ ਨੇ। ਮਹਾਰਾਜ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨ, ਦਰੋਂ ਕਰੋ ਸਿੱਖੀ, ਨਾਮਦਾਨ, ਚੜ੍ਹਦੀ ਕਲਾ। ਧਾਰਮਿਕ ਅਸਥਾਨਾਂ 'ਤੇ ਬਿਹਾਰ ਸਰਕਾਰ ਨੇ ਲੋਕਡਾਊਨ ਖਤਮ ਕਰ ਦਿੱਤਾ ਹੈ, ਸਾਰੇ ਵਿਧੀਵਤ ਚੱਲ ਰਹੇ ਹਨ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਬਹੁਤ ਵੱਡੀ ਸੇਵਾ ਮਨੁੱਖਤਾ ਪ੍ਰਤੀ ਤੇ ਸਨਮਾਨ ਹੈ। ਸੰਗਤਾਂ ਦੀ ਆਮਦ ਰਹੀ ਹੈ। ਜਦੋਂ ਲੋਕਡਾਊਨ ਲੱਗਿਆ ਸੀ ਤਾਂ ਜੋ ਸੰਗਤਾਂ ਇੱਥੇ ਰਹਿ ਗਈਆਂ ਸਨ ਉਹਨਾਂ ਨੂੰ
ਨਗਰ ਨਗਰ ਪੰਜਾਬ ਹੋਰ ਜਿੱਥੇ ਜਿੱਥੇ ਪਹੁੰਚਾਉਣ ਲਈ ਤਖਤ ਸਾਹਿਬ ਦੇ ਪ੍ਰਬੰਧ ਵੱਲੋਂ ਆਪਣੀਆਂ ਬੱਸਾਂ ਭੇਜ ਕੇ ਉਹਨਾਂ ਨੂੰ ਘਰ ਘਰ ਪਹੁੰਚਾਇਆ। ਔਰ ਹੁਣ ਫਿਰ ਇਹ ਅਸਥਾਨ ਕਾਨੂੰਨਨ ਤੌਰ 'ਤੇ ਵੀ ਸਰਕਾਰ ਨੇ ਖੋਲ੍ਹ ਦਿੱਤਾ ਹੈ। ਤੁਸੀਂ ਆ ਕੇ ਬੜੇ ਈਜ਼ੀਲੀ ਗੁਰੂ ਪਾਤਸ਼ਾਹ ਦੇ ਘਰ ਦੇ ਦੀਦਾਰ ਅਤੇ ਜਿਨ੍ਹਾਂ ਸ਼ਸਤਰਾਂ ਲਈ ਮਹਾਰਾਜ ਦਾ ਵਰਦਾਨ ਹੈ ਵੀ ਇਹਨਾਂ ਦਾ ਦਰਸ਼ਨ ਸਾਡਾ ਹੀ ਦਰਸ਼ਨ ਹੈ, ਆਪ ਦੀਦਾਰ ਕਰਕੇ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ ਮਹਾਰਾਜ ਜੀ ਦੇ ਬਖਸ਼ੇ ਹੋਏ ਮਹਾਮੰਤਰ ਗੁਰਮੰਤਰ ਦਾ 2 ਮਿੰਟ ਲਈ ਜਾਪ ਕਰੀਏ, ਫਿਰ ਅਰਦਾਸ ਅਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ, ਇੱਕ ਪਾਸੇ ਦਾਸ ਇੱਕ ਪਾਸੇ ਆਪ ਸਾਰੇ। ਵਾਹਿਗੁਰੂ 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 ਸਾਰੇ ਬੋਲੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।